ਸਤਿ ਸ਼੍ਰੀ ਅਕਾਲ, ਜੈ ਹਿੰਦ, ਆਦਾਬ। ਮੈਂ ਹਾਂ ਮਨਪ੍ਰੀਤ ਤਲਵਾੜ। ਤੁਹਾਡੇ ਸਾਰਿਆਂ ਦਾ ਸਾਡੇ ਸ਼ੋਅ ਵੀਜ਼ਾ ਅਪਡੇਟਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਦਰਸ਼ਕਾਂ ਤੱਕ ਉਹ ਸਟੀਕ ਔਰ ਐਕੂਰੇਟ ਇਨਫੋਰਮੇਸ਼ਨ ਪਹੁੰਚ ਸਕੇ ਤਾਂ ਕਿ ਤੁਸੀਂ ਉਹਨੂੰ ਫੋਲੋ ਕਰਕੇ ਆਪਣਾ ਬਾਹਰ ਜਾ ਕੇ ਪੜ੍ਹਨ ਦਾ ਜਾਂ ਸੈਟਲਮੈਂਟ ਕਰਨ ਦਾ ਸੁਪਨਾ ਪੂਰਾ ਕਰ ਸਕੋ। ਸੋ ਉਸੇ ਮੁਹਿੰਮ ਨੂੰ ਕੰਟੀਨਿਊ ਕਰਦੇ ਹੋਏ ਅੱਜ ਅਸੀਂ ਆਪਣੇ ਸਟੂਡੀਓ 'ਚ ਵੈਲਕਮ ਕਰਦੇ ਹਾਂ GSO ਐਜੂਕੇਸ਼ਨ ਤੋਂ ਮਿਸਟਰ ਪਰਮਿੰਦਰ ਸਿੰਘ ਦਾ। ਸੋ ਅਸੀਂ ਪਹਿਲਾਂ ਵੈਲਕਮ ਕਰਦੇ ਹਾਂ ਪਰਮਿੰਦਰ ਜੀ, ਤੁਹਾਡਾ ਸਾਡੇ ਸ਼ੋਅ ਵੀਜ਼ਾ ਅਪਡੇਟ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸਰ, ਥੈਂਕ ਯੂ ਮਨਪ੍ਰੀਤ ਜੀ ਵੈਰੀ ਮੱਚ। ਤੇ ਇਹ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਜ਼ਰੂਰ ਦੱਸੋ ਵੀ ਜਿਹੜੇ ਵੀ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹ ਕਿਹੜੇ ਬੱਚਿਆਂ ਨੂੰ ਅੱਜ ਆਪਾਂ ਗਾਈਡ ਕਰਾਂਗੇ। ਸਾਡੇ ਕੋਲ ਬਹੁਤ ਸਾਰੇ ਸਵਾਲ ਆਉਂਦੇ ਨੇ, ਅਸੀਂ ਕਿਵੇਂ ਜਾ ਸਕਦੇ ਹਾਂ, ਅਸੀਂ ਕੈਨੇਡਾ ਜਾਣਾ ਚਾਹੁੰਦੇ ਹਾਂ, ਅਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹਾਂ, ਅਸੀਂ ਇਸ ਕੰਟਰੀ ਜਾਣਾ ਚਾਹੁੰਦੇ ਹਾਂ। ਬਹੁਤ ਸਾਰੇ ਸਵਾਲ ਸਾਡੇ ਹਮੇਸ਼ਾ ਆਫੀਸ਼ੀਅਲ ਪੇਜ 'ਤੇ ਸਾਡੇ ਕੋਲ ਆਉਂਦੇ ਰਹਿੰਦੇ ਨੇ। ਸੋ ਅੱਜ ਅਸੀਂ ਕਿਸ ਟੌਪਿਕ ਦੇ ਉੱਤੇ ਗੱਲ ਕਰਨ ਵਾਲੇ ਹਾਂ, ਤੁਸੀਂ ਕਿਸ ਟੌਪਿਕ ਲਈ ਜਾਂ ਕਿਸ ਕੈਟਾਗਰੀ ਨੂੰ ਤੁਸੀਂ ਅੱਜ ਐਡਰੈਸ ਕਰੋਗੇ ਕਿ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਜਾਂ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਨੇ, ਉਹ ਕਿਹੜੀ ਕੈਟਾਗਰੀ ਵਿੱਚ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਔਰ ਕਿਹੜੇ ਬੱਚੇ ਨੇ ਜਿਨ੍ਹਾਂ ਨੂੰ ਆਪਾਂ ਐਡਰੈਸ ਕਰਨ ਵਾਲੇ ਹਾਂ। ਪੰਜਾਬ ਦੇ ਵਿੱਚ ਇੰਨਾ ਕਰੇਜ਼ ਹੈ ਬੱਚਿਆਂ ਨੂੰ ਬਾਹਰ ਜਾਣ ਦਾ, ਚਾਹੇ ਉਹ ਕੈਨੇਡਾ ਹੋਵੇ ਚਾਹੇ ਆਸਟ੍ਰੇਲੀਆ, ਕਿਸੇ ਵੀ ਕੰਟਰੀ 'ਚ ਹੋਵੇ, ਪਰ ਬੱਚਿਆਂ ਨੂੰ ਬਹੁਤ ਜ਼ਿਆਦਾ ਕਰੇਜ਼ ਹੈ। ਜਾਂ ਇੱਕ ਤਾਂ ਦੇਖਾ ਦੇਖੀ ਹੈ, ਦੂਜਾ ਬੱਚੇ ਆਪਣਾ ਭਵਿੱਖ ਜਾਂ ਆਪਣੀ ਲਾਈਫ ਨੂੰ ਸੁਧਾਰਨ ਲਈ ਜਾਂ ਹੋਰ ਵਧੀਆ ਕਰਨ ਲਈ ਬਾਹਰ ਜਾਣਾ ਚਾਹੁੰਦੇ। ਜਿਵੇਂ ਕਿ ਬੜੀ ਕਹਾਵਤ ਹੈ, ਜਦੋਂ ਅਸੀਂ ਸਕੂਲ ਟਾਈਮ 'ਚ ਹੁੰਦੇ ਸੀ ਤਾਂ ਅਸੀਂ ਪਾਸਆਊਟ ਕਰਕੇ ਦੇਖਿਆ ਵੀ ਕਹਿੰਦੇ ਸੀ 10ਵੀਂ ਪਾਸ ਕਰਕੇ ਬੁਲਟ ਚਾਹੀਦਾ ਔਰ 12ਵੀਂ ਪਾਸ ਕਰਕੇ ਸਾਨੂੰ ਪਾਸਪੋਰਟ ਚਾਹੀਦਾ ਕਿ ਅਸੀਂ ਬਾਹਰ ਜਾਣਾ ਹੈ। ਜੋ ਪੜ੍ਹਾਈ ਦੇ ਵਿੱਚ ਜਾਂ ਜਿਨ੍ਹਾਂ ਦੀ ਪੜ੍ਹਾਈ ਕੰਪਲੀਟ ਹੋਏ ਨੂੰ 2-2 ਸਾਲ ਹੋ ਗਏ ਨੇ, ਮੈਂ ਦੇਖਦਾ ਬਹੁਤ ਜ਼ਿਆਦਾ ਸਾਡੇ ਕੋਲ ਕੁਐਰੀਜ਼ ਆਉਂਦੀਆਂ ਕਿ ਬੱਚੇ ਨੇ MBA ਕੀਤੀ ਹੋਈ ਹੈ, 2 ਸਾਲ ਦਾ ਗੈਪ ਹੈ, ਪਰ ਉਹ ਫਿਰ ਵੀ ਸਟੱਡੀ ਵੀਜ਼ਾ ਦੇ ਪਿੱਛੇ ਭੱਜਦਾ ਹੈ। ਇਹਦਾ ਕੀ ਰੀਜ਼ਨ ਹੈ? ਦੇਖੋ ਸਰ, ਬੇਸਿਕ ਰੀਜ਼ਨ ਇਹ ਹੈ ਬੱਚੇ ਦਾ ਕਿ ਉਹਨੇ ਬਾਹਰ ਜਾਣਾ, ਠੀਕ ਹੈ, ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ, ਰਾਈਟ। ਅਤੇ ਹਰ ਇੱਕ ਬੱਚੇ ਦੇ ਲਈ ਦੇਖੋ, ਜੇ ਤੁਸੀਂ +2 ਕੀਤੀ ਹੈ, ਤੁਸੀਂ ਬੋਨਾਫਾਈਡ ਸਟੂਡੈਂਟ ਹੋ, ਜਾਂ ਤੁਸੀਂ ਰੀਸੈਂਟ +2 ਕੀਤੀ ਹੈ, ਉਹਦੇ ਲਈ ਤੁਹਾਡਾ ਅਲੱਗ ਪ੍ਰੋਗਰਾਮ ਹੈ, ਤੁਸੀਂ ਸਟੱਡੀ ਵੀਜ਼ਾ 'ਤੇ ਜਾ ਸਕਦੇ ਹੋ, ਠੀਕ ਹੈ। ਤੁਸੀਂ ਗ੍ਰੈਜੂਏਸ਼ਨ ਕਰੀ ਹੈ, ਬੋਨਾਫਾਈਡ ਸਟੂਡੈਂਟ ਹੋ, ਫਿਰ ਸਟੱਡੀ ਵੀਜ਼ਾ 'ਤੇ ਜਾ ਸਕਦੇ ਹੋ। ਤੁਸੀਂ ਮਾਸਟਰਸ ਕੀਤੀ ਹੈ, ਬੋਨਾਫਾਈਡ ਸਟੂਡੈਂਟ ਹੋ, ਉੱਥੇ ਤੁਹਾਨੂੰ ਚੈਲੰਜ ਆਏਗਾ ਕਿ ਜਦੋਂ ਤੁਸੀਂ ਨੈਕਸਟ ਕੋਰਸ ਲਈ ਅਪਲਾਈ ਕਰਨਾ ਹੈ ਤਾਂ ਵੀਜ਼ਾ ਆਫਿਸਰ ਦੇਖੇਗਾ ਕਿ ਜੋ ਆਲਰੇਡੀ ਤੁਸੀਂ ਮਾਸਟਰਸ ਤਾਂ ਕਰ ਚੁੱਕੇ ਹੋ, ਅਤੇ ਹੁਣ ਫਰਦਰ ਵਾਟ ਨੈਕਸਟ, ਰਾਈਟ। ਅਤੇ ਕਈ ਵਾਰੀ ਬੱਚੇ ਕੀ ਕਰਦੇ, ਉਹਨਾਂ ਨੂੰ ਆਪਣੀ ਅਸੈਸਮੈਂਟ ਨਹੀਂ ਹੁੰਦੀ ਪ੍ਰੋਫਾਈਲ ਦੀ, ਬੱਚਾ ਆਪਣੀ ਪ੍ਰੋਫਾਈਲ ਨੂੰ ਅਸੈਸ ਨਹੀਂ ਕਰ ਸਕਦਾ, ਤਾਂ ਹੀ ਉਹ ਸਾਡੇ ਕੋਲ ਆਉਂਦਾ ਇੱਕ ਸਹੀ ਸਲਾਹ ਲੈਣ ਲਈ। ਮਤਲਬ ਉਹ ਸਾਡੇ ਕੋਲ ਇਹ ਪੁੱਛਣ ਆਉਂਦਾ ਹੈ ਕਿ ਉਹ ਕਿਸ ਕੈਟਾਗਰੀ ਦੇ ਵਿੱਚ ਅਪਲਾਈ ਕਰੇ, ਕਿ ਉਹ ਸਟੱਡੀ ਵੀਜ਼ਾ ਅਪਲਾਈ ਕਰੇ ਜਾਂ ਟੂਰਿਸਟ ਕਰੇ ਜਾਂ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰੇ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬੱਚੇ ਮਾਸਟਰਸ ਡਿਗਰੀ ਹੋਲਡਰ ਨੇ ਜਾਂ ਡਬਲ ਮਾਸਟਰ ਹੋਲਡਰ ਨੇ, ਅਤੇ ਤੁਸੀਂ ਕਹਿੰਦੇ ਵੀ ਉਹਨਾਂ ਨੂੰ ਸਟੱਡੀ ਵੀਜ਼ਾ ਦੀ ਅਪਲਾਈ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਉਹਨਾਂ ਨੂੰ PR ਬਾਰੇ ਸੋਚਣਾ ਚਾਹੀਦਾ ਹੈ? ਕੋਈ ਵੀ ਬੱਚਾ ਜਿਹਨੇ ਬਾਹਰ, ਦੇਖੋ ਪੰਜਾਬ ਦੇ ਵਿੱਚ 90% ਬੱਚਾ ਉਹ ਆਉਂਦਾ ਹੈ ਮਾਰਕੀਟ ਦੇ ਵਿੱਚ ਜਿਹਨੇ ਬਾਹਰ ਜਾ ਕੇ ਸੈਟਲ ਹੋਣਾ ਹੈ ਜੀ। ਸਿਰਫ 10% ਬੱਚਾ ਹੈ ਜੀ, ਜੋ ਸਾਡੀ ਓਬਜ਼ਰਵੇਸ਼ਨ ਹੈ ਪਿਛਲੇ 8-10 ਸਾਲ ਦੀ, ਕਿ ਜਿਹੜਾ ਕਹਿੰਦਾ ਜੀ ਮੈਂ ਸੀਰੀਅਸਲੀ ਜਾਂ ਸੀਨੀਅਰਟੀ ਦੇ ਤਰੀਕੇ ਦੇ ਨਾਲ ਬਾਹਰ ਪੜ੍ਹਨ ਜਾਣਾ। ਅਦਰਵਾਈਜ਼ ਬੱਚੇ ਦਾ ਮੋਟਿਵ ਇੱਕੋ ਹੀ ਹੁੰਦਾ ਕਿ ਮੈਂ ਬਾਹਰ ਜਾਣਾ ਜੀ, ਮੈਨੂੰ ਡਿਪਲੋਮਾ ਲੈ ਦਿਓ, ਡਿਗਰੀ ਲੈ ਦਿਓ, ਪਰ ਮੈਂ ਬਾਹਰ ਜਾ ਕੇ ਸੈੱਟ ਹੋਣਾ। ਬਿਲਕੁਲ ਮੇਨ ਇਹੀ ਹੈ। ਪਰ ਵੇਅਰਐਜ਼ ਹਰ ਇੱਕ ਬੱਚੇ ਦੀ ਜਦੋਂ ਆਪਾਂ ਪ੍ਰੋਫਾਈਲ ਦੇਖੀ ਦੀ ਹੈ ਅਤੇ ਉਹ ਇੱਕ ਅਲੱਗ ਕੈਟਾਗਰੀ ਦੇ ਵਿੱਚ ਫੋਲ ਕਰਦਾ। ਹਰ ਕੋਈ ਬੱਚਾ ਬਾਹਰ ਪੜ੍ਹਨ ਨਹੀਂ ਜਾ ਸਕਦਾ, ਹਰ ਕੋਈ ਬੱਚਾ ਪੱਕੇ ਤੌਰ 'ਤੇ ਬਾਹਰ ਸੈਟਲ ਨਹੀਂ ਹੋ ਸਕਦਾ ਇੰਡੀਆ 'ਚ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਜਿਹੜਾ ਕਿ ਸਟੱਡੀ ਵੀਜ਼ਾ ਹੈ, ਇਹ ਵੀ ਜਿਵੇਂ ਕਿ ਟੂਰਿਸਟ ਵੀਜ਼ਾ ਹੈ, ਤੁਹਾਨੂੰ ਵੀਜ਼ਾ ਆਫਿਸਰ ਨੂੰ ਸੈਟਿਸਫਾਈ ਕਰਨਾ ਪੈਂਦਾ ਹੈ ਕਿ ਤੁਸੀਂ ਘੁੰਮ ਫਿਰ ਕੇ ਤੁਸੀਂ ਵਾਪਿਸ ਆਓਗੇ। ਜੀ ਬਿਲਕੁਲ। ਸੋ ਆਈ ਬਿਲੀਵ ਕਿ ਜਿਹੜਾ ਕਿ ਸਟੱਡੀ ਵੀਜ਼ਾ ਹੈ, ਇਹਦੇ ਵਿੱਚ ਵੀ ਸਾਨੂੰ ਵੀਜ਼ਾ ਆਫਿਸਰ ਨੂੰ ਇਹ ਸੈਟਿਸਫਾਈ ਕਰਨਾ ਪੈਂਦਾ ਕਿ ਜਿਵੇਂ ਹੀ ਤੁਹਾਡਾ ਪ੍ਰੋਗਰਾਮ ਖਤਮ ਹੁੰਦਾ ਤੁਸੀਂ ਆਪਣੇ ਦੇਸ਼ ਮੁੜ ਵਾਪਸ ਆਓਗੇ। ਬਿਲਕੁਲ ਸਹੀ। ਜਦੋਂ ਵੀਜ਼ਾ ਆਫਿਸਰ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਤੁਹਾਡੀ ਐਪਲੀਕੇਸ਼ਨ ਜੈਨੂਨ ਹੈ ਅਤੇ ਤੁਸੀਂ ਸਿਰਫ ਪੜ੍ਹਾਈ ਕਰਨ ਜਾ ਰਹੇ ਹੋ, ਤਾਂ ਤੁਹਾਨੂੰ ਵੀਜ਼ਾ ਗ੍ਰਾਂਟ ਕਰ ਦਿੰਦਾ ਹੈ। ਜਿੱਥੇ ਵੀਜ਼ਾ ਆਫਿਸਰ ਨੂੰ ਇਹ ਲੱਗਦਾ ਕਿ ਤੁਹਾਡੀ ਪੜ੍ਹਾਈ 'ਚ 2 ਸਾਲ ਦਾ 3 ਸਾਲ ਦਾ ਗੈਪ ਹੈ, ਤੁਸੀਂ ਇੱਕ ਸਿੰਸੀਅਰ ਸਟੂਡੈਂਟ ਨਹੀਂ ਹੋ, ਅਤੇ ਵੀਜ਼ਾ ਆਫਿਸਰ ਬੇਸਡ ਔਨ ਪਰਪਜ਼ ਆਫ ਯੂਰ ਵਿਜ਼ਿਟ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਰਿਫਿਊਜ਼ ਕਰ ਦਿੰਦਾ। ਅੱਜ ਆਪਾਂ ਮਤਲਬ ਜੋ ਗੱਲ ਕਰਾਂਗੇ ਉਹ ਮੈਂ ਇਸੇ ਰਿਲੇਟਡ ਅੱਜ ਦਾ ਟੌਪਿਕ ਹੈ ਜਿਹੜੀ ਆਪਾਂ ਗੱਲ ਕਰਾਂਗੇ ਕਿ ਇਹ ਸਿਰਫ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਨੇ 12ਵੀਂ ਕੀਤੀ ਹੈ, ਕੋਈ ITI ਦਾ ਡਿਪਲੋਮਾ ਕੀਤਾ ਹੈ, ਗ੍ਰੈਜੂਏਸ਼ਨ ਕੀਤੀ ਹੈ, ਮਾਸਟਰਸ ਕੀਤੀ ਹੈ। ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ 2 ਸਾਲ ਦਾ ਮਿਨੀਮਮ ਐਕਸਪੀਰੀਅੰਸ ਹੈਗਾ, ਉਹ ਬੱਚੇ ਕਿੱਦਾਂ ਬਾਹਰ ਜਾ ਸਕਦੇ। ਸੋ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਕੈਨੇਡਾ PR ਬਾਰੇ। ਸੋ ਪਰਮਿੰਦਰ ਜੀ, ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਜਦੋਂ ਵੀ ਕੋਈ ਸਟੂਡੈਂਟ ਜਾਂ ਕੋਈ ਵੀ ਪ੍ਰੋਫੈਸ਼ਨਲ PR ਦੀ ਗੱਲ ਕਰਦਾ, ਉਹਦੇ ਸਭ ਤੋਂ ਪਹਿਲਾਂ ਜ਼ਹਿਨ 'ਚ ਆਉਂਦਾ 8777 ਜੀ, ਜੋ ਕਿ ਬਹੁਤ ਸਾਰੇ ਇਹੋ ਜਿਹੇ ਐਪਲੀਕੈਂਟਸ ਵੀ ਨੇ ਜਿਨ੍ਹਾਂ ਦੇ 8777 ਆ ਚੁੱਕੇ ਨੇ, ਉਹ ਫਿਰ ਵੀ PR ਦਾ ਜਿਹੜਾ ਸੁਪਨਾ ਹੈ ਉਹ ਪੂਰਾ ਨਹੀਂ ਕਰ ਪਾ ਰਹੇ। ਜਾਂ ਬਹੁਤ ਸਾਰੇ ਇਹੋ ਜਿਹੇ ਬੱਚੇ ਵੀ ਨੇ ਜਿਹੜੇ ਡਬਲ ਮਾਸਟਰ ਹੋਲਡਰ ਨੇ, ਉਹ 8777 ਨਹੀਂ ਲੈ ਕੇ ਆ ਪਾ ਰਹੇ, ਜਿਸ ਵਜ੍ਹਾ ਨਾਲ ਉਹਨਾਂ ਨੂੰ ਸਟੱਡੀ ਵੀਜ਼ਾ 'ਤੇ ਅਪਲਾਈ ਕਰਨਾ ਪੈਂਦਾ। ਜਾਂ ਬਹੁਤ ਸਾਰੇ ਇਹੋ ਜਿਹੇ ਬੱਚੇ ਵੀ ਨੇ ਡਬਲ ਮਾਸਟਰ ਹੋਲਡਰ ਨੇ, ਪਰ ਉਹ ਇਹੋ ਜਿਹੇ ਕੰਸਲਟੈਂਟ ਕੋਲ ਚਲੇ ਜਾਂਦੇ ਨੇ ਜਿਸ ਕੰਸਲਟੈਂਟ ਨੇ ਖੁਦ ਨਹੀਂ ਕਦੀ ਫਾਈਲ PR ਲਈ ਲਗਾ ਰੱਖੀ, ਅਤੇ ਫਿਰ ਉਹਨਾਂ ਨੂੰ ਉਹੀ ਚੀਜ਼ ਵੇਚਣਾ ਚਾਹੁੰਦਾ ਜੋ ਉਹਨਾਂ ਦੀ ਬਾਕਟ 'ਚ ਹੈ। ਜੀ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਬੱਚਿਆਂ ਬਾਰੇ ਜਿਨ੍ਹਾਂ ਦੇ 8777 ਨਹੀਂ ਆ ਸਕਦੇ,
ਤੇ ਉਹਨਾਂ ਬਾਰੇ ਤੁਹਾਡੇ ਕੋਲ ਕਿਹੜਾ ਪ੍ਰੋਡਕਟ ਹੈ ਜਾਂ ਉਹ ਕਿਵੇਂ ਜਾ ਸਕਦੇ ਨੇ ਕੈਨੇਡਾ ਪੀਆਰ? 777 ਮੈਂਡੇਟਰੀ ਨਹੀਂ ਹੈ ਪੀਆਰ ਦੇ ਲਈ। ਓਕੇ, ਬਹੁਤ ਐਦਾਂ ਦੇ ਪ੍ਰੋਗਰਾਮ ਹੈਗੇ ਆ ਜਿੱਥੇ ਤੁਸੀਂ ਬਿਨਾਂ ਆਇਲਟਸ ਤੋਂ ਵੀ ਪੀਆਰ ਲੈ ਸਕਦੇ ਕੀ ਹੋ। ਤੁਸੀਂ ਸੱਚ ਕਹਿ ਰਹੇ ਹੋ? ਜੀ ਬਿਲਕੁਲ। Okay. ਇਹ ਤੁਸੀਂ CIC ਦੀ ਵੈਬਸਾਈਟ, ਕੈਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ। ਜਦੋਂ ਵੀ CRS ਸਕੋਰ ਜੋ ਪੀਆਰ ਲਈ ਐਲੀਜੀਬਿਲਟੀ ਦਾ ਤੁਹਾਡਾ ਕ੍ਰਾਈਟੇਰੀਆ ਜਾਂ ਸਕੋਰ ਹੈ ਜੋ ਕੈਲਕੂਲੇਟ ਹੁੰਦਾ, ਉਹ ਤੁਹਾਡੀ ਪੜ੍ਹਾਈ, ਏਜ, 6 ਪੈਰਾਮੀਟਰਸ ਹੁੰਦੇ ਜਿਨ੍ਹਾਂ ਤੇ ਉਹ ਕੈਲਕੂਲੇਟ ਹੁੰਦਾ ਜੀ। ਇਹ ਤੁਹਾਡਾ ਮਿਥ ਹੈ, ਤੁਸੀਂ ਅੱਜ ਇਸ ਨੂੰ ਪਲੀਜ਼ ਕਲੀਅਰ ਕਰ ਲਓ ਕਿ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਪੀਆਰ ਲੈਣੀ ਹੈ ਤਾਂ ਤੁਹਾਨੂੰ 777 ਆਉਣੇ ਹੀ ਚਾਹੀਦੇ ਨੇ। ਮੀਨਸ ਪੀਆਰ ਲੈਣ ਲਈ ਸਾਨੂੰ ਇੱਕ ਸਹੀ ਗਾਈਡੈਂਸ ਦੀ ਜ਼ਰੂਰਤ ਹੈ। ਜੀ ਬਿਲਕੁਲ। ਸੋ ਜਿਵੇਂ ਕਿ ਤੁਸੀਂ ਬੋਲਿਆ ਕਿ ਵਿਦਆਊਟ ਆਇਲਟਸ ਜੀ ਆਪਾਂ ਜਾ ਸਕਦੇ ਹਾਂ। ਜੀ ਬਿਲਕੁਲ। ਸੋ ਕਿਹੜੇ ਪ੍ਰੋਫੈਸ਼ਨਲਸ ਨੇ ਜਿਹੜਾ ਕਿ ਵਿਦਆਊਟ ਆਇਲਟਸ ਅਪਲਾਈ ਕਰਦਾ? ਕੀ ਇਹ ਸਾਰਿਆਂ ਲਈ ਐਪਲੀਕੇਬਲ ਨੇ ਜੀ ਜੀ ਜਾਂ ਇਹ ਕੁਝ ਕੈਟਾਗਰੀਜ਼ ਲਈ ਐਪਲੀਕੇਬਲ ਨੇ ਜਾਂ ਕੁਝ ਪ੍ਰੋਵਿੰਸ ਲਈ ਐਪਲੀਕੇਬਲ ਨੇ ਜਾਂ ਇਹਦੇ ਲਈ ਕੋਈ ਕੈਨੇਡੀਅਨ ਗਵਰਨਮੈਂਟ ਨੇ ਅਲੱਗ ਤੋਂ ਪ੍ਰੋਗਰਾਮ ਬਣਾਇਆ? ਤੁਸੀਂ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਕਿਹੜਾ ਬੱਚਾ ਹੈ ਜਾਂ ਕਿਹੜਾ ਸਟੂਡੈਂਟ ਹੈ, ਕਿਹੜਾ ਪ੍ਰੋਫੈਸ਼ਨਲ ਹੈ ਜਿਹਨੂੰ ਸਟੱਡੀ ਵੀਜ਼ਾ ਦੀ ਬਜਾਏ ਡਾਇਰੈਕਟ ਸਟ੍ਰੇਟ ਅਵੇ ਪੀਆਰ ਅਪਲਾਈ ਕਰਨੀ ਚਾਹੀਦੀ ਹੈ। ਇਹ ਕੋਈ ਪ੍ਰੋਗਰਾਮ ਨਹੀਂ ਹੈਗਾ, ਇਹ ਸਿਰਫ ਇੱਕ ਪਾਰਟਿਕੂਲਰ ਸੈੱਟ ਆਫ ਸਕਿੱਲਸ ਹੈ, ਇੱਕ ਕੈਟਾਗਰੀ ਹੈ ਜਿਹਦੇ ਅੰਡਰ ਗਵਰਨਮੈਂਟ ਕਹਿ ਰਹੀ ਹੈ ਕਿ ਜੇ ਤੁਸੀਂ ਇਸ ਕੈਟਾਗਰੀ ਦੇ ਅੰਦਰ ਫਾਲ ਕਰਦੇ ਹੋ ਤੁਹਾਨੂੰ ਆਇਲਟਸ ਕਰਨ ਦੀ ਲੋੜ ਨਹੀਂ ਹੈਗੀ। ਓਕੇ, ਠੀਕ ਹੈ ਜੀ। ਉਹ ਜਨਰਲੀ ਉਹ ਜਿਹੜੀ ਕੈਟਾਗਰੀ ਹੈ ਉਹਦਾ ਨਾਮ ਹੈ ਸੈਲਫ ਇੰਪਲੋਇਡ ਕੈਟਾਗਰੀ। ਇਹ ਉਹ ਲੋਕ ਹੁੰਦੇ ਨੇ ਜੋ ਨਾ ਤਾਂ ਕਿਤੇ ਜੌਬ ਕਰਦੇ ਨੇ ਨਾ ਕੋਈ ਵੱਡਾ ਬਿਜ਼ਨਸ ਹੈ, ਉਹ ਸੈਲਫ ਇੰਪਲੋਇਡ ਹੈ। ਸੈਲਫ ਇੰਪਲੋਇਡ ਕੈਟਾਗਰੀ 'ਚ ਉਹ ਲੋਕ ਆਉਂਦੇ ਨੇ ਜਿਹੜੇ ਆਪਣੇ ਆਪ ਤੇ ਡਿਪੈਂਡ ਹੈ, ਜਿੱਦਾਂ ਸਪੋਰਟਸ ਪਰਸਨ, ਠੀਕ ਹੈ ਜੀ, ਮਿਊਜ਼ੀਸ਼ੀਅਨ ਹੋ ਗਏ, ਆਰਟਿਸਟ ਹੋ ਗਏ, ਐਕਟਰ ਹੋ ਗਏ, ਡਾਇਰੈਕਟਰ ਹੋ ਗਏ, ਕ੍ਰੀਏਟਿਵ ਆਰਟਿਸਟ ਹੋ ਗਏ, ਪੇਂਟਰ ਹੋ ਗਏ, ਆਥਰ ਹੋ ਗਏ, ਰਾਈਟਰ ਹੋ ਗਏ। ਉਹ ਲੋਕ ਜਿਨ੍ਹਾਂ ਦਾ ਕੋਈ ਵੱਡਾ ਬਿਜ਼ਨਸ ਨਹੀਂ ਹੈ ਪਰ ਉਹ ਇੱਕ ਇੰਟਰਨੈਸ਼ਨਲ ਲੈਵਲ ਤੇ ਆਪਣਾ ਮੁਕਾਮ ਹਾਸਿਲ ਕਰ ਚੁੱਕੇ ਨੇ। ਸੋ ਜਦੋਂ ਤੁਸੀਂ ਸਪੋਰਟਸ ਬਾਰੇ ਗੱਲ ਕਰ ਰਹੇ ਹੋ ਕਿ ਕੋਈ ਵੀ ਸਪੋਰਟਸ ਹੈ, ਚਾਹੇ ਉਹਦਾ ਕੋਈ ਵੀ ਪਲੇਅਰ ਹੈ ਜਾਂ ਐਥਲੀਟ ਹੈ ਨਾ, ਜਿਹੜਾ ਕਿ ਇੰਟਰਨੈਸ਼ਨਲ ਲੈਵਲ ਤੇ ਖੇਲ ਚੁੱਕਾ ਹੈ, ਕਿਆ ਇਹਦੇ ਵਿੱਚ ਕਬੱਡੀ ਵਾਲੇ ਪਲੇਅਰਸ ਵੀ ਆ ਰਹੇ ਨੇ? ਬਿਲਕੁਲ ਸਰ, ਜਿਹੜੇ ਕਿ ਇੱਕ ਇੰਟਰਨੈਸ਼ਨਲ ਲੈਵਲ ਤੇ ਆਪਣੇ ਆਪ ਨੂੰ ਪਰਫਾਰਮ ਕਰ ਚੁੱਕੇ ਹੈ, ਸਟੇਬਲ ਹੋ ਚੁੱਕੇ ਹੈ। ਲੈਟ ਸਪੋਜ਼ ਮੈਂ ਕਹਿ ਰਿਹਾ ਕਿ ਤੁਸੀਂ ਬਹੁਤ ਵਧੀਆ ਗੱਲ ਕਰੀ, ਪੰਜਾਬ 'ਚ ਕਬੱਡੀ ਬਹੁਤ ਜ਼ਿਆਦਾ ਫੇਮਸ ਹੈ। ਕਬੱਡੀ ਦੇ ਵਿੱਚ ਕਬੱਡੀ ਦਾ ਉਹੀ ਪਲੇਅਰ ਪੀਆਰ ਅਪਲਾਈ ਕਰ ਸਕਦਾ ਇਸ ਕੈਟਾਗਰੀ ਦੇ ਅੰਡਰ ਜੋ ਕਿ ਇੰਟਰਨੈਸ਼ਨਲ ਲੈਵਲ ਤੇ ਖੇਲਿਆ ਹੋਇਆ ਤੇ ਪਿਛਲੇ 5 ਸਾਲ 'ਚ ਮਿਨੀਮਮ 2 ਸਾਲ ਦਾ ਪਲੇਅਰ ਦਾ ਐਕਸਪੀਰੀਅੰਸ ਹੈਗਾ। ਹੁਣ ਸਪੋਜ਼ ਤੁਸੀਂ ਅਗਰ ਐਕਸਪੀਰੀਅੰਸ ਦੀ ਗੱਲ ਕਰ ਰਹੇ ਹੋ, ਕੋਈ ਕਬੱਡੀ ਦਾ ਪਲੇਅਰ ਹੈ, ਉਹ ਅੱਜ ਗਿਆ, ਖੇਲ ਕੇ ਵਾਪਸ ਆ ਗਿਆ, ਉੱਥੇ 10 ਦਿਨ ਦਾ ਟੂਰ ਸੀ, ਵਾਪਸ ਆ ਗਿਆ 10 ਦਿਨ ਬਾਅਦ, 6 ਮਹੀਨੇ ਬਾਅਦ ਫਿਰ ਉਹਦਾ ਕੋਈ ਟੂਰਨਾਮੈਂਟ ਆਇਆ, ਫਿਰ ਗਿਆ, ਫਿਰ ਖੇਲ ਕੇ ਵਾਪਸ ਆ ਗਿਆ, ਫਿਰ 2 ਸਾਲ ਦਾ ਪੀਰੀਅਡ ਕਿਵੇਂ ਉਹ ਕਾਊਂਟ ਕਰੇਗਾ? ਦੇਖੋ ਸਰ, ਪਿਛਲੇ 5 ਸਾਲ ਦੇ ਵਿੱਚ 5 ਸਾਲ ਦੇ ਵਿੱਚ ਮੈਂ ਨਹੀਂ ਕਹਿ ਰਿਹਾ ਕਿ 2 ਸਾਲ ਕੰਟੀਨਿਊ ਤੁਸੀਂ ਉਸ ਚੀਜ਼ ਨੂੰ ਪਰਫਾਰਮ ਕਰਨਾ। ਗਵਰਨਮੈਂਟ ਕਹਿ ਰਹੀ ਹੈ ਕਿ ਪਿਛਲੇ 5 ਸਾਲ ਦੇ ਵਿੱਚ ਘੱਟੋ ਘੱਟ ਤੁਹਾਨੂੰ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਇੰਟਰਨੈਸ਼ਨਲ ਲੈਵਲ ਦਾ। ਓਕੇ, ਸੋ ਇਹ ਵੀ ਹੋ ਸਕਦਾ ਹੈ ਕਿ ਉਹ ਇੱਕ ਵਾਰ ਖੇਲ ਕੇ ਆ ਗਿਆ, ਉਸ ਤੋਂ ਬਾਅਦ ਇੰਡੀਆ ਦੇ ਵਿੱਚ ਉਹਦੇ ਟੂਰਨਾਮੈਂਟ ਚੱਲ ਰਹੇ ਨੇ, ਮਤਲਬ ਉਹ ਐਕਟਿਵ ਪਲੇਅਰ ਕਹਿ ਸਕਦੇ ਹੋ ਕਿ 2 ਸਾਲ ਉਹ ਐਕਟਿਵ ਪਲੇਅਰ ਹੈ, ਇੰਟਰਨੈਸ਼ਨਲ ਪਲੇਅਰ ਹੈ, ਇੰਟਰਨੈਸ਼ਨਲ ਪਲੇਅਰ ਹੈ। ਜੀ ਬਿਲਕੁਲ। ਸੋ ਸਪੋਜ਼ ਆਪਾਂ ਕਬੱਡੀ ਪਲੇਅਰ ਦੀ ਗੱਲ ਕੀਤੀ ਆ, ਹੋਰ ਕਿਹੜੀ ਕੈਟਾਗਰੀ 'ਚ? ਇਹ ਤਾਂ ਹੋਗੀ ਸਪੋਰਟਸ ਦੀ ਗੱਲ। ਹੁਣ ਜਦੋਂ ਤੁਸੀਂ ਇੰਟਰਨੈਸ਼ਨਲ ਐਕਸਪੀਰੀਅੰਸ ਦੀ ਗੱਲ ਕਰ ਰਹੇ ਹੋ ਤੇ ਉਹਦੇ ਵਿੱਚ ਅਗਰ ਸਪੋਜ਼ ਕੋਈ ਬੰਦਾ ਜਾ ਕੇ ਨੇਪਾਲ ਖੇਲ ਕੇ ਆਇਆ, ਕਿਆ ਤੁਸੀਂ ਉਹਨੂੰ ਇੰਟਰਨੈਸ਼ਨਲ ਪਲੇਅਰ ਕਾਊਂਟ ਕਰੋਗੇ? ਜੀ ਬਿਲਕੁਲ ਸਰ, ਤੁਸੀਂ ਆਪਣੇ ਦੇਸ਼ ਤੋਂ ਬਾਹਰ ਕਿਤੇ ਵੀ ਖੇਲੇ ਹੋ ਇੰਟਰਨੈਸ਼ਨਲ ਲੈਵਲ ਦੇ ਉੱਤੇ, ਲੈਟ ਸਪੋਜ਼ ਨੇਪਾਲ ਦੇ ਵਿੱਚ ਕੋਈ ਇੰਟਰਨੈਸ਼ਨਲ ਲੈਵਲ ਦਾ ਤੁਹਾਡੀ ਕੋਈ ਕੰਪੀਟੀਸ਼ਨ ਹੈਗਾ, ਰਾਈਟ? ਹੁਣ ਵੈਨਿਊ ਕੋਈ ਵੀ ਹੋ ਸਕਦਾ, ਨੇਪਾਲ ਵੀ ਹੋ ਸਕਦਾ, ਸ਼੍ਰੀਲੰਕਾ ਵੀ ਹੋ ਸਕਦਾ, ਕੈਨੇਡਾ ਵੀ ਹੋ ਸਕਦਾ, ਬਟ ਉਹ ਜਿਹੜੀ ਉਹਦੀ ਕੈਟਾਗਰੀ ਹੈ ਉਹ ਇੰਟਰਨੈਸ਼ਨਲ ਲੈਵਲ ਦੀ ਹੋਣੀ ਚਾਹੀਦੀ ਹੈ, ਕੰਪੀਟੀਸ਼ਨ ਦੀ ਕੈਟਾਗਰੀ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਕੈਨੇਡਾ ਪੀਆਰ ਲਈ, ਲੇਕਿਨ ਇਹ ਪ੍ਰੋਗਰਾਮ ਸਿਰਫ ਉਹਨਾਂ ਬੱਚਿਆਂ ਲਈ ਹੈ ਜਾਂ ਉਹਨਾਂ ਪ੍ਰੋਫੈਸ਼ਨਲਸ ਲਈ ਹੈ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਖੇਲ ਚੁੱਕੇ ਨੇ। ਸੋ ਉਹਦੇ ਵਿੱਚ ਬਹੁਤ ਸਾਰੇ ਕੈਟਾਗਰੀਜ਼ ਆ ਰਹੀਆਂ ਨੇ, ਉਹਦੇ ਫਿਰ ਬਹੁਤ ਸਾਰੀ ਸੈਗਮੈਂਟਸ ਆ ਰਹੀਆਂ ਨੇ, ਜਿਵੇਂ ਕਿ ਇੰਟਰਨੈਸ਼ਨਲ ਪਲੇਅਰਸ ਨੇ, ਐਥਲੀਟਸ ਨੇ, ਸਿੰਗਰ ਨੇ ਔਰ ਮਿਊਜ਼ੀਸ਼ੀਅਨ ਨੇ, ਕ੍ਰੀਏਟਿਵ ਆਰਟਿਸਟ ਨੇ, ਔਰ ਬਹੁਤ ਸਾਰੀ ਕੈਟਾਗਰੀਜ਼ ਨੇ ਜਿਹੜੀਆਂ ਕਿ ਅਸੀਂ ਸ਼ੋਅ ਦੇ ਉੱਤੇ ਖੜੇ ਹੋ ਕੇ ਸਾਨੂੰ ਟਿਪਸ ਸ਼ਾਇਦ ਗਿਣਾ ਵੀ ਨਹੀਂ ਪਾਵਾਂਗੇ। ਮਲਟੀਪਲ ਆਪਸ਼ਨਸ ਵੀ ਹੈਵ, ਰਾਈਟ? ਜੀ ਬਿਲਕੁਲ। ਸੋ ਇਹਦੇ ਬਾਰੇ ਸਰ ਤੁਸੀਂ ਕੀ ਦੱਸਣਾ ਚਾਹੋਗੇ ਕਿ ਜਿਹੜੇ ਕਿਹੜੇ ਤੁਹਾਨੂੰ ਕਿਵੇਂ ਅਪਰੋਚ ਕਰਨ, ਕਿਹੋ ਜਿਹੀ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ? ਕੋਈ ਇਹਦੇ ਵਿੱਚ ਕੁਆਲੀਫਿਕੇਸ਼ਨ ਦਾ ਸੈਗਮੈਂਟ ਵੀ ਹੈ, ਜਿਵੇਂ ਕਿ ਤੁਸੀਂ ਕਿਹਾ ਕਿ ਵਿਦਆਊਟ ਆਇਲਟਸ ਹੈ, ਇਹਦੇ ਵਿੱਚ ਆਇਲਟਸ ਦੀ ਜ਼ਰੂਰਤ ਨਹੀਂ ਹੈ। ਸੋ ਆਇਲਟਸ ਤੋਂ ਇਲਾਵਾ ਕਿਆ ਹੋਰ ਵੀ ਕੋਈ ਇਹਦੇ 'ਚ ਆਪਣਾ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਨ ਨੂੰ ਕੋਈ ਚੈੱਕ ਲਿਸਟ ਹੈ? ਜਿੱਦਾਂ ਤੁਸੀਂ ਜਾਣਦੇ ਹੋ ਕਿ CRS ਸਕੋਰ ਕਾਊਂਟ ਹੁੰਦਾ, ਠੀਕ ਹੈ ਜੀ, ਤੇ ਜਿਹਦੇ 'ਚ ਤੁਹਾਡੇ ਏਜ ਦੇ, ਤੁਹਾਡੇ ਐਕਸਪੀਰੀਅੰਸ ਦੇ, ਤੁਹਾਡੇ ਆਇਲਟਸ ਦੇ, ਤੁਹਾਡੀ ਅਕੈਡਮਿਕਸ ਦੇ, ਅਡੈਪਟੇਬਿਲਿਟੀ ਦੇ, ਜਾਂ ਤੁਹਾਡਾ ਕੋਈ ਮਤਲਬ ਉੱਥੇ ਰੀਅਲ ਬ੍ਰਦਰ ਜਾਂ ਰੀਅਲ ਬਲੱਡ ਰਿਲੇਸ਼ਨ ਕੋਈ ਉੱਥੇ ਰਹਿੰਦਾ ਤਾਂ ਤੁਹਾਨੂੰ ਪੁਆਇੰਟ ਮਿਲਦੇ ਆ। ਸੋ ਇਸ ਕੈਟਾਗਰੀ ਦੇ ਅੰਡਰ ਕੀ ਹੈ, ਤੁਹਾਨੂੰ 100 ਦੇ ਵਿੱਚੋਂ ਸਿਰਫ 35 ਪੁਆਇੰਟ ਲੈਣੇ ਆ। ਸੋ ਅਗਰ ਕਿਸੇ ਨੇ ਆਇਲਸ ਕੀਤੀ ਹੋਈ ਹੈ, ਉਹਦੇ ਰਿਕੁਆਇਰਮੈਂਟ ਨਹੀਂ ਹੈ, ਲੇਕਿਨ ਅਗਰ ਮੈਂ ਆਇਲਸ ਕੀਤੀ ਹੈ ਤਾਂ ਉਸ ਪਲੇਅਰ ਨੂੰ ਆਇਲਸ ਦੇ ਪੁਆਇੰਟਸ ਵੀ ਮਿਲਣਗੇ, ਬਿਲਕੁਲ ਐਕਸਟਰਾ ਪੁਆਇੰਟ ਮਿਲਣਗੇ। ਸੋ ਇਹਦੀ ਵੀ ਕੋਈ ਡਰਾ ਨਿਕਲਦਾ, ਜਿਵੇਂ ਕਿ ਅਸੀਂ ਸੁਣਨ ਚਾਹੁੰਦਾ ਹੈ ਕਿ ਡਰਾ ਨਿਕਲਦੇ ਨੇ ਪੀਆਰ ਦੇ, ਕੋਈ ਨਾ ਕੋਈ ਕੱਟ ਆਫ ਹੁੰਦਾ, ਫਿਰ ਬੰਦਾ ਅਪਲਾਈ ਕਰਦਾ, ਇਨਵੀਟੇਸ਼ਨ ਟੂ ਅਪਲਾਈ ਆਉਂਦਾ। ਇਹਦਾ ਸਟੈਪ ਬਾਈ ਸਟੈਪ ਪ੍ਰੋਸੈਸ ਕੀ ਰਹੇਗਾ? ਸਰ ਇਹਦਾ ਪ੍ਰੋਸੈਸ ਮੈਂ ਤੁਹਾਨੂੰ ਦੱਸ ਦਿੰਦਾ, ਇਹਦੇ 'ਚ ਕੋਈ ਡਰਾ ਨਹੀਂ ਨਿਕਲਦਾ। ਤੁਸੀਂ ਐਪਲੀਕੇਸ਼ਨ ਹਾਰਡ ਕਾਪੀ ਜਿਹੜੀ ਹੁੰਦੀ ਹੈ, ਤੁਸੀਂ ਆਪਣੇ ਸਾਰੇ ਡਾਕੂਮੈਂਟਸ ਇਕੱਠੇ ਕਰਨੇ ਹੈ, ਸਾਰੀ ਜੇ ਤੁਹਾਡੇ
ਪੜ੍ਹਾਈ ਜੋ ਵੀ ਤੁਸੀਂ ਕੀਤੀ ਹੈ, ਗ੍ਰੈਜੂਏਸ਼ਨ ਹੈ, ਜੇ ਬਾਈ ਚਾਂਸ ਮਾਸਟਰਸ ਕੀਤੀ ਹੈ ਤਾਂ ਉਹਦੀ ਅਸੈਸਮੈਂਟ, ਠੀਕ ਹੈ ਜੀ, ਵੈਸ ਕਰਵਾਉਣੀ ਪਏਗੀ। ਹਾਂ, ਵੈਸ ਦੇ ਨਾਲ ਹੋਰ 5 ਏਜੰਸੀਜ਼ ਹੋਰ ਹੈ ਜਿਹੜੀਆਂ ਕਿ ਤੁਹਾਡੀ ਪੜ੍ਹਾਈ ਨੂੰ ਇਵੈਲੂਏਟ ਕਰਦੀ। ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਇਹੀ ਪਤਾ ਹੈ ਕਿ ਅਗਰ ਉਹਨਾਂ ਨੇ ਬਾਹਰ ਜਾਣਾ ਹੈ ਤਾਂ ਉਹਨਾਂ ਨੂੰ ਵੈਸ ਕਰਵਾਉਣੀ ਪਏਗੀ। ਵੈਸ ਇੱਕ ਅਸੈਸਿੰਗ ਏਜੰਸੀ ਹੈ ਜੀ ਬਿਲਕੁਲ, ਲੇਕਿਨ ਇਹਨਾਂ ਨੇ ਵੈਸ ਨੂੰ ਇੱਕ ਡਿਪਾਰਟਮੈਂਟ ਬਣਾਤਾ ਹੈ, ਜੀ, ਇੱਕ ਕਮਿਊਨਿਟੀ ਬਣਾਤੀ ਹੈ ਕਿ ਤੁਸੀਂ ਬਾਹਰ ਜਾਣਾ ਹੈ ਵੈਸ ਕਰਵਾਓ। ਉਹ ਲੈਕ ਆਫ ਨੌਲੇਜ ਹੈ, ਲੈਕ ਆਫ ਨੌਲੇਜ ਹੈ। ਔਰ ਇਹਦੇ ਪਿੱਛੇ ਮੈਂ ਕਹੂੰਗਾ ਕਿਤੇ ਨਾ ਕਿਤੇ ਕੰਸਲਟੈਂਟਸ ਦਾ ਵੀ ਰੋਲ ਹੈ, ਕਿਉਂਕਿ ਉਹ ਬੱਚਿਆਂ ਨੂੰ ਐਜੂਕੇਟ ਨਹੀਂ ਕਰ ਪਾ ਰਹੇ। ਜੀ, ਜਿਹੜੇ ਬੱਚੇ ਮਾਸਟਰਸ ਹੋਲਡਰ ਨੇ, ਜਿਵੇਂ ਆਪਾਂ ਕਨਵਰਸੇਸ਼ਨ ਸਟਾਰਟ ਕੀਤੀ ਹੈ, ਡਬਲ ਮਾਸਟਰਸ ਨੇ, ਉਹਨਾਂ ਨੂੰ ਉਹ ਪੀਆਰ ਪ੍ਰੋਗਰਾਮ ਸਮਝਾਉਣ ਦੀ ਬਜਾਏ ਉਹਨਾਂ ਨੂੰ ਮੁੜ ਦੁਬਾਰਤੀ ਸਟੱਡੀ ਵੀਜ਼ਾ ਲਈ ਅਪਲਾਈ ਕਰਨ ਲਈ ਕਹਿ ਰਹੇ ਆ। ਜੀ ਬਿਲਕੁਲ। ਦੇਖੋ ਸਰ, ਇਹਦੇ 'ਚ ਕੰਸਲਟੈਂਟ ਬਹੁਤ ਵੱਡਾ ਇੱਕ ਰੋਲ ਪਲੇ ਕਰਦਾ ਹੈ, ਠੀਕ ਹੈ। ਜਦੋਂ ਕੋਈ ਬੱਚਾ ਤੁਹਾਡੇ ਕੋਲ ਆਉਂਦਾ ਹੈ ਕੰਸਲਟੇਸ਼ਨ ਦੇ ਲਈ, ਇਹ ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਤੁਸੀਂ ਉਸ ਦੇ ਪ੍ਰੋਫਾਈਲ ਨੂੰ ਚੰਗੀ ਤਰ੍ਹਾਂ ਅਸੈਸ ਕਰੋ, ਉਸ ਤੋਂ ਬਾਅਦ ਉਹਨੂੰ ਆਪਣਾ ਡਿਸੀਜਨ ਜਾਂ ਆਪਣੀ ਰਾਏ ਦਿਓ, ਰਾਈਟ। ਕਈ ਵਾਰੀ ਬੱਚੇ ਵੀ ਜਲਦਬਾਜ਼ੀ 'ਚ ਹੁੰਦੇ ਆ, ਇਹ ਕਿਤੇ ਨਾ ਕਿਤੇ, ਬਿਲਕੁਲ ਇਹ ਕਹਿਣ ਲੱਗਾ ਕਿ ਕਿਤੇ ਨਾ ਕਿਤੇ ਵੀ ਦੋ ਹੱਥ ਨਾਲ ਵੱਜਦੀ ਹੈ। ਬਿਲਕੁਲ, ਇਹ ਕਿਤੇ ਨਾ ਕਿਤੇ ਬੱਚਿਆਂ ਦੇ ਵੀ ਰਿਸਪੌਂਸਿਬਿਲਿਟੀ ਹੈ। ਕਈ ਵਾਰ ਸਾਡੇ ਕੋਲ ਵੀ ਬੱਚੇ ਆਉਂਦੇ ਕਿ ਸਰ ਮੈਂ ਬਸ ਫਟਾਫਟ ਮੈਨੂੰ ਕੈਨੇਡਾ ਭੇਜ ਦਿਓ ਜੀ, ਮੈਂ ਕੈਨੇਡਾ ਜਾਣਾ, ਵੇਅਰਐਜ਼ ਪ੍ਰੋਫਾਈਲ ਐਲੀਜੀਬਲ ਨਹੀਂ ਹੁੰਦਾ। ਜਦੋਂ ਸਾਡੇ ਕੋਲ ਕੋਈ ਇੱਦਾਂ ਦਾ ਬੱਚਾ ਆਉਂਦਾ ਅਸੀਂ ਉਹਨੂੰ ਸਾਫ਼ ਮਨਾ ਕਰ ਦਿੰਦੇ ਹਾਂ। ਜੇ ਪ੍ਰੋਫਾਈਲ ਐਲੀਜੀਬਲ ਨਹੀਂ ਹੈਗਾ ਅਸੀਂ ਉਹ ਪ੍ਰੋਫਾਈਲ ਨੂੰ ਐਕਸੈਪਟ ਨਹੀਂ ਕਰਦੇ, ਐਂਡ ਉਸ ਬੱਚੇ ਨੂੰ ਬਿਠਾ ਕੇ ਉਸ ਪ੍ਰੋਫਾਈਲ ਦੇ ਬਾਰੇ ਸਮਝਾ ਜ਼ਰੂਰ ਦਿੰਦੇ ਹਾਂ ਵੀ ਤੂੰ ਐਲੀਜੀਬਲ ਨਹੀਂ ਹੈਗਾ, ਤੂੰ A+XYZ ਪੁਆਇੰਟਸ ਜੇ ਤੂੰ ਕਰੇਗਾ ਜਾਂ ਇਹ ਕੰਮ ਕਰੇਗਾ ਤੇਰਾ ਪ੍ਰੋਫਾਈਲ ਜਿਹੜਾ ਉਹ ਵਧੀਆ ਬਣ ਜਾਏਗਾ, ਐਲੀਜੀਬਲ ਹੋ ਜਾਏਗਾ। ਉਸ ਤੋਂ ਬਾਅਦ ਜੇ ਅਪਲਾਈ ਕਰੇਗਾ ਫਿਰ ਵੀਜ਼ਾ ਆ ਸਕਦਾ ਹੈ। ਸੋ ਅਸੀਂ ਵੀ ਦਰਸ਼ਕਾਂ ਨੂੰ ਰਿਕੁਐਸਟ ਕਰਨਾ ਚਾਹਾਂਗੇ ਕਿ ਅਗਰ ਤੁਸੀਂ ਕਿਸੇ ਵੀ ਕੰਸਲਟੈਂਟ ਕੋ ਜਾ ਰਹੇ ਹੋ, ਰਾਏ ਲੈਣ ਜਾ ਰਹੇ ਹੋ, ਓਪਨ ਮਾਈਂਡਡ ਜਾਓ। ਉਹ ਕੋਈ ਰੱਬ ਨਹੀਂ ਹੈ ਕਿ ਕੋਈ ਛੜੀ ਚਲਾਏਗਾ ਕੁਝ ਕਰ ਦੇਗਾ। ਓਪਨ ਮਾਈਂਡਡ ਜਾਓ, ਉਹਦੇ ਕੋਲ ਸਹੀ ਅਸੈਸਮੈਂਟ ਲੈ ਕੇ ਆਓ। ਹੋ ਸਕਦਾ ਤੁਸੀਂ ਐਲੀਜੀਬਲ ਹੋ ਸਕਦਾ ਨਹੀਂ ਹੋ ਸਕਦੇ, ਪਰ ਤੁਸੀਂ ਉਹਦੇ ਕੋਲ ਰਾਏ ਲੈ ਕੇ ਜ਼ਰੂਰ ਆਓ। ਅਗਰ ਤੁਸੀਂ ਐਲੀਜੀਬਲ ਨਹੀਂ ਹੋ, ਤੁਸੀਂ ਐਲੀਜੀਬਲ ਕਿਵੇਂ ਹੋ ਸਕਦੇ ਹੋ? ਔਰ ਉਹਦੀ ਜਿੰਨੀ ਵੀ ਇਨਫੋਰਮੇਸ਼ਨ ਤੁਹਾਨੂੰ ਕੰਸਲਟੈਂਟ ਦੇ ਰਿਹਾ, ਆਈ ਬਿਲੀਵ ਦੇ ਕੈਨ ਵੈਰੀਫਾਈ ਆਨਲਾਈਨ। ਬਿਲਕੁਲ ਸਰ। ਸੋ ਤੁਸੀਂ ਕੋਈ ਵੀ ਇਨਫੋਰਮੇਸ਼ਨ, ਕੋਈ ਵੀ ਕੰਸਲਟੇਸ਼ਨ ਤੁਸੀਂ ਕਿਸੇ ਕੰਸਲਟੈਂਟ ਕੋਲ ਲੈ ਕੇ ਆ ਰਹੇ ਹੋ, ਤੁਸੀਂ ਉਹ ਲਿਟਰਲੀ ਜਿਹੜੀ ਇਨਫੋਰਮੇਸ਼ਨ ਹੈ ਯੂ ਕੈਨ ਵੈਰੀਫਾਈ ਆਨਲਾਈਨ। ਐਵਰੀਥਿੰਗ ਇਜ਼ ਅਵੇਲੇਬਲ ਆਨਲਾਈਨ। ਇਟ ਜਸਟ ਕਿ ਤੁਸੀਂ ਓਪਨ ਮਾਈਂਡਡ ਜਾਓ, ਸਹੀ ਰਾਏ ਲੈ ਕੇ ਆਓ ਔਰ ਉਸ ਰਾਏ ਨੂੰ ਵੈਰੀਫਾਈ ਕਰੋ ਔਰ ਉਹ ਅਕੋਰਡਿੰਗਲੀ ਪ੍ਰੋਸੀਡ ਕਰੋ। ਦੇਖੋ ਸਰ, ਸਾਡੇ ਲੋਕਾਂ 'ਚ ਕਮੀ ਕੀ ਹੈ ਬੇਸਿਕਲੀ, ਜੋ ਸਟੂਡੈਂਟਸ ਹੈ ਜਾਂ ਪੇਰੈਂਟਸ ਹੈ, ਉਹ ਆਪ R&D ਕਰਨਾ ਨਹੀਂ ਚਾਹੁੰਦੇ, ਆਪ ਰਿਸਰਚ ਕਰਨਾ ਨਹੀਂ ਚਾਹੁੰਦੇ। ਮਤਲਬ ਇਹ ਫੈਕਟ ਹੈ ਸਰ। ਇੱਕ ਉਹਨਾਂ ਨੂੰ ਲੱਗਦਾ ਵੀ ਮੈਂ ਕੰਸਲਟੈਂਟ ਨੂੰ ਕੋਲ ਚਲਾ ਗਿਆ, ਸਾਰੀ ਜ਼ਿੰਮੇਵਾਰੀ ਕੰਸਲਟੈਂਟ ਦੀ ਹੈ, ਅਸੀਂ ਕੁਝ ਨਹੀਂ ਕਰਨਾ। ਵੇਅਰਐਜ਼ ਇੱਥੇ ਹੀ ਉਹ ਮਾਤ ਖਾ ਜਾਂਦੇ। ਹੁਣ ਦੇਖੋ ਪੰਜਾਬ 'ਚ ਕਿੰਨੀਆਂ ਠੱਗੀਆਂ ਵੱਜਦੀਆਂ, ਆਪਾਂ ਰੋਜ਼ ਸੁਣਦੇ ਹਾਂ ਕੋਈ ਕਿੱਥੇ ਠੱਗੀ ਮਾਰ ਗਿਆ, ਕੋਈ ਕਿਸ ਚੀਜ਼ ਦੀ ਠੱਗੀ ਮਾਰ ਗਿਆ। ਵੇਅਰਐਜ਼ ਜੇ ਤੁਸੀਂ ਆਪ ਐਜੂਕੇਟ ਹੋ, ਹੁਣ ਦੇਖੋ ਜਿਹੜਾ ਬੱਚਾ 12ਵੀਂ ਪੜ੍ਹਿਆ ਹੋਇਆ, ਜੇ ਉਹ CIC ਦੀ ਵੈਬਸਾਈਟ 'ਤੇ ਜਾਏਗਾ ਜਾਂ IME ਆਸਟ੍ਰੇਲੀਆ ਦੀ ਵੈਬਸਾਈਟ 'ਤੇ ਜਾਏਗਾ, ਕਿਸੇ ਵੀ ਗਵਰਨਮੈਂਟ ਦੀ ਵੈਬਸਾਈਟ 'ਤੇ ਜਾਏਗਾ ਬਾਹਰ, ਉਹਨੂੰ ਹਰ ਇੱਕ ਚੀਜ਼ ਉੱਥੇ ਪਈ ਮਿਲ ਜਾਏਗੀ, ਠੀਕ ਹੈ। ਹਾਂ, ਪ੍ਰੋਸੈਸ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਉਸ ਚੀਜ਼ ਦਾ, ਪ੍ਰੋਸੈਸ ਦੇ ਲਈ ਤੁਸੀਂ ਕੰਸਲਟੈਂਟ ਦੇ ਕੋਲ ਜਾਓ ਅਤੇ ਆਪਣੀ ਫਾਈਲ ਪ੍ਰੋਸੈਸ ਕਰਾਓ, ਕਿਉਂਕਿ ਉਹ ਐਕਸਪਰਟ ਹੈ। ਐਕਚੁਅਲੀ ਸਰ ਠੰਡ ਬਹੁਤ ਜ਼ਿਆਦਾ ਸੀ ਪਿੱਛੇ ਜੇ, ਤਾਂ ਇਸ ਕਰਕੇ ਵੀ ਸਟੂਡੈਂਟ ਜਿਹੜੇ ਸੀ ਬਾਹਰ ਨਹੀਂ ਨਿਕਲ ਪਾ ਰਹੇ ਸੀ। ਉੱਪਰੋਂ ਲੋਕਡਾਊਨ ਦਾ ਜ਼ਮਾਨਾ ਸੀ, ਪਰ ਉਹ ਫਿਰ ਵੀ ਬਾਹਰ ਜਾਣਾ ਚਾਹੁੰਦੇ ਸੀ। ਕਿ ਆਪਣੇ ਕੋਲ ਇਹੋ ਜਿਹੀ ਪ੍ਰੋਵੀਜ਼ਨ ਨਹੀਂ ਸੀ, ਉਹਨਾਂ ਦੇ ਨੋਕ ਕਰਕੇ ਦਰਵਾਜ਼ਾ ਖੋਲ ਗਿਆ, ਤੁਹਾਡਾ ਵੀਜ਼ਾ ਆ ਗਿਆ, ਤੁਸੀਂ ਨਹੀਂ ਸਰ, ਬੀ ਰੈਡੀ ਟੂ ਫਲਾਈ। ਬੜਾ ਵਧੀਆ ਤੁਸੀਂ ਖੈਰ ਹਾਸੀ ਦੇ ਵਿੱਚ ਸਵਾਲ ਪੁੱਛ ਲਿਆ। ਵੀਜ਼ਾ ਜਿਹੜਾ ਹੈਗਾ ਉਹ ਹਾਈ ਕਮਿਸ਼ਨ ਨੇ ਦੇਣਾ, ਉਹ ਅੰਬੈਸੀ ਨੇ ਦੇਣਾ, ਉਹ ਕਿਸੇ ਕੰਸਲਟੈਂਟ ਨਹੀਂ ਦੇਣਾ। ਸਾਡੇ ਕੋਲ ਕੋਈ ਪ੍ਰਿੰਟਰ ਨਹੀਂ ਹੈਗਾ ਅਸੀਂ ਤੁਹਾਡਾ ਵੀਜ਼ਾ ਛਾਪ ਕੇ ਤੁਹਾਨੂੰ ਦੇ ਦਈਏ। ਪਰ ਬਹੁਤ ਸਾਰੇ ਕੰਸਲਟੈਂਟਸ ਜਿਹੜੇ ਨੇ ਆਨਲਾਈਨ ਗਾਰੰਟੀਜ਼ ਦੇ ਰਹੇ ਨੇ ਜਾਂ ਬਹੁਤ ਸਾਰੀ ਕਮਿਟਮੈਂਟਸ ਦੇ ਰਹੇ ਨੇ, ਕਿਆ ਉਹ ਐਕਸਪੀਰੀਅੰਸ ਜ਼ਿਆਦਾ ਉਹਨਾਂ ਕੋਲ, ਜਾਂ ਉਹਨਾਂ ਦਾ ਕੋਈ ਟਾਈ ਅਪ ਹੈ, ਜਾਂ ਉਹਨਾਂ ਕੋਲ ਕੋਈ ਇਹੋ ਜਿਹਾ ਪ੍ਰੋਡਕਟ ਹੈ ਜਿਹੜੀ ਉਹ ਕਮਿਟਮੈਂਟਸ ਦੇ ਰਹੇ ਨੇ, ਗਾਰੰਟੀਜ਼ ਦੇ ਰਹੇ ਨੇ? ਦੇਖੋ ਸਰ, ਵੀਜ਼ਾ ਲੱਗਦਾ ਹੈ ਪ੍ਰੋਫਾਈਲ ਨੂੰ। ਉਹ ਮੇਰੇ ਨਾਮ ਨੂੰ ਨਹੀਂ ਲੱਗਣਾ, ਤੁਹਾਡੀ ਸ਼ਕਲ ਨੂੰ ਨਹੀਂ ਲੱਗਣਾ, ਉਹ ਲੱਗਣਾ ਪ੍ਰੋਫਾਈਲ ਨੂੰ। ਤੁਹਾਡਾ ਪ੍ਰੋਫਾਈਲ ਵਧੀਆ, ਤੁਸੀਂ ਆਪਣੇ ਪ੍ਰੋਫਾਈਲ ਨੂੰ ਚੰਗੀ ਤਰ੍ਹਾਂ ਰਿਪਰੈਜ਼ੈਂਟ ਕਰ ਰਹੇ ਹੋ, ਜਾਂ ਤੁਹਾਡਾ ਕੰਸਲਟੈਂਟ ਤੁਹਾਡੇ ਪ੍ਰੋਫਾਈਲ ਨੂੰ ਬਹੁਤ ਚੰਗੀ ਤਰ੍ਹਾਂ ਰਿਪਰੈਜ਼ੈਂਟ ਕਰ ਰਿਹਾ, ਅਕੋਰਡਿੰਗਲੀ ਵੀਜ਼ਾ ਆਫਿਸਰ ਫਾਈਲ ਨੂੰ ਅਸੈਸ ਕਰੇਗਾ ਤਾਂ ਤੁਹਾਨੂੰ ਵੀਜ਼ਾ ਦੇਗਾ। ਜੇ ਤੁਹਾਡੀ ਪ੍ਰੋਫਾਈਲ ਵੀਕ ਹੈ ਜਾਂ ਪ੍ਰੋਫਾਈਲ ਵਧੀਆ ਪਰ ਕੰਸਲਟੈਂਟ ਦੀ ਅਸੈਸਮੈਂਟ ਵੀਕ ਹੈ, ਜਾਂ ਉਸ ਪ੍ਰੋਫਾਈਲ ਨੂੰ ਉਹ ਚੰਗੀ ਤਰ੍ਹਾਂ ਰਿਪਰੈਜ਼ੈਂਟ ਨਹੀਂ ਕਰ ਪਾ ਰਿਹਾ, ਤੁਹਾਡਾ ਜੋ ਮੋਟਿਵ ਹੈ ਬਾਹਰ ਜਾਣ ਦਾ, ਪੜ੍ਹਨ ਦਾ, ਉਹ ਅੰਬੈਸੀ ਨੂੰ ਨਹੀਂ ਦੱਸ ਪਾ ਰਿਹਾ, ਤੁਹਾਨੂੰ ਵੀਜ਼ਾ ਨਹੀਂ ਆਏਗਾ ਉੱਥੇ। ਸੋ ਅਸੀਂ ਮੁੱਢ ਟੌਪਿਕ ਤੇ ਆਵਾਂਗੇ ਕਿ ਤੁਸੀਂ ਕੋਈ ਵੀ ਪ੍ਰੋਫੈਸ਼ਨਲ ਹੈ ਜਿਹੜਾ ਕਿ ਇੰਟਰਨੈਸ਼ਨਲ ਲੈਵਲ ਤੇ ਖੇਲਿਆ ਹੋਇਆ ਜਾਂ ਇੰਟਰਨੈਸ਼ਨਲ ਲੈਵਲ ਤੇ ਪਾਰਟਿਸਿਪੇਟ ਕੀਤਾ ਹੋਇਆ, ਉਸ ਪ੍ਰੋਫੈਸ਼ਨਲ ਬਿਨਾਂ ਆਈਲੈਟਸ ਤੋਂ ਕੈਨੇਡਾ ਦੀ PR ਲੈ ਸਕਦਾ। ਕੈਟਾਗਰੀਜ਼ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਕਿਹੜੀ ਕੈਟਾਗਰੀ ਹੈ, ਕਿਹੜੇ ਲੋਕ ਹੈ ਜਿਹੜੇ ਕਿ ਬਿਨਾਂ ਆਈਲੈਟਸ ਤੋਂ PR ਲੈ ਸਕਦੇ ਹੈ। ਸਪੋਰਟਸਮੈਨ ਹੋ ਗਏ, ਕੋਚਿਸ ਹੋ ਗਏ। ਉਹ ਇਹਦੇ ਪਿੱਛੇ ਦਾ ਮੈਂ ਤੁਹਾਨੂੰ ਥੋੜਾ ਜਿਹਾ ਫੰਡਾ ਦੱਸ ਦਿੰਦਾ ਕੀ ਹੈ, ਕਿਉਂਕਿ ਹੁਣ ਜਿੱਦਾਂ ਸਪੋਰਟਸਮੈਨ ਉਹਨੇ ਜਾ ਕੇ ਇੰਗਲਿਸ਼ ਨਹੀਂ ਗੱਲ ਕਰਨੀ, ਉਹਨੇ ਖੇਲਣਾ ਹੈ। ਬਿਲਕੁਲ, ਹਰ ਚੀਜ਼ ਦੇ ਪਿੱਛੇ ਇੱਕ ਲੌਜਿਕ ਹੁੰਦਾ ਹੈ। ਇਸ ਪਿੱਛੇ ਆਬਵੀਅਸਲੀ ਉਹਨੇ ਜਾ ਕੇ ਪਾਰਟਿਸਿਪੇਟ ਕਰਨਾ, ਉਹਨੇ ਗੇਮ ਖੇਲਣੀ, ਉੱਥੇ ਜਾ ਕੇ ਇੰਗਲਿਸ਼ ਦਾ ਬੋਲਣਾ ਹੀ ਨਹੀਂ ਹੈ। ਕੋਈ ਸਿੰਗਰ ਹੈ, ਉਹਨੇ ਗਾਣਾ ਗਾਣਾ ਹੈ, ਪੰਜਾਬੀ ਸਿੰਗਰ ਹੈ, ਉਹਨੇ ਪੰਜਾਬੀ 'ਚ ਗਾਣਾ ਗਾਣਾ, ਉਹਨੇ ਇੰਗਲਿਸ਼ 'ਚ ਗਾਣਾ ਨਹੀਂ ਗਾਉਣਾ। ਤੇ ਜੇ ਉਹਨੂੰ ਇੰਗਲਿਸ਼ ਦਾ ਇਵੈਂਟ ਉੱਥੇ ਮਿਲ ਜੇ ਫਿਰ ਉਹ ਕੀ ਕਰੇਗਾ? ਫਿਰ ਤਾਂ IELTS ਦੀ ਜ਼ਰੂਰਤ ਪਏਗੀ। ਦੇਖੋ ਜੀ, ਫਿਰ ਉਹਨਾਂ ਤੇ ਡਿਪੈਂਡ ਕਰਦਾ।
ਸੋ ਬਿਲਕੁਲ ਸਹੀ ਗੱਲ ਹੈ ਕਿ ਤੁਸੀਂ ਕੋਈ ਵੀ ਅਗਰ ਐਥਲੀਟ ਹੈ, ਕੋਈ ਵੀ ਇੰਟਰਨੈਸ਼ਨਲ ਪਲੇਅਰ ਹੈ, ਉਹਨੇ ਜਾ ਕੇ ਉੱਥੇ ਉਸ ਚੀਜ਼ ਨੂੰ ਪਾਰਟਿਸਿਪੇਟ ਕਰਨਾ। ਉਹ ਇੰਟਰਨੈਸ਼ਨਲ ਐਥਲੀਟ ਜਾਂ ਇੰਟਰਨੈਸ਼ਨਲ ਪਾਰਟਿਸਿਪੇਸ਼ਨ ਇਸ ਲੈਵਲ ਤੇ ਹੋਈ ਹੈ ਕਿ ਤੁਸੀਂ ਆਪਣੇ ਕਲਚਰ ਨੂੰ ਪ੍ਰਮੋਟ ਕਰ ਰਹੇ ਹੋ, ਜਾਂ ਆਪਣੀ ਗੇਮ ਨੂੰ ਪ੍ਰਮੋਟ ਕਰ ਰਹੇ ਹੋ, ਜਾਂ ਆਪਣੇ ਸਕਿੱਲ ਨੂੰ ਪ੍ਰਮੋਟ ਕਰ ਰਹੇ ਹੋ। ਇਹਦੇ ਪਿੱਛੇ ਦੀ ਮੈਂ ਤੁਹਾਨੂੰ ਬੈਕਗ੍ਰਾਉਂਡ ਸਟੋਰੀ ਥੋੜੀ ਜਿਹੀ ਦੱਸ ਦਿੰਦਾ। ਦੇਖੋ ਕੈਨੇਡਾ ਇੱਕ ਅੱਧਾ ਦੀ ਸਟੇਟ ਹੈ ਜਿਹੜੀ ਕਿ ਬਹੁਤ ਵੱਡੀ ਹੈ, ਰਾਈਟ, ਤੇ ਜਿਹਦੀ ਜਨਸੰਖਿਆ ਬਹੁਤ ਘੱਟ ਹੈ। ਹੁਣ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਮਤਲਬ 75-80% ਜੰਗਲ ਹੀ ਪਿਆ ਜੀ। ਬਿਲਕੁਲ। ਸਿਰਫ 4 ਸਟੇਟਸ ਹੈ ਜਿੱਥੇ ਲੋਕੀ ਵਸਦੇ ਜਾ ਕੇ, ਠੀਕ ਹੈ, ਉਸ ਤੋਂ ਇਲਾਵਾ ਸਾਰਾ ਖਾਲੀ ਪਿਆ। ਹੁਣ ਕੈਨੇਡਾ ਦੀ ਜਿਹੜੀ ਇਕਨੋਮੀ ਹੈ ਉਹ 3-4 ਸਟੇਟਸ ਤੋਂ ਚੱਲਦੀ ਹੈ, ਠੀਕ ਹੈ, ਬਾਕੀ ਸਾਰਾ ਕੈਨੇਡਾ ਖਾਲੀ ਪਿਆ। ਕੈਨੇਡਾ ਕੀ ਚਾਹ ਰਿਹਾ ਹੈ, ਉਹ ਇੱਦਾਂ ਦੇ ਲੋਕਾਂ ਨੂੰ ਆਪਣੇ ਕੋਲ ਲੈ ਕੇ ਆਉਣਾ ਚਾਹ ਰਿਹਾ ਜਿਹੜੇ ਕਿ ਆਲਰੇਡੀ ਸਟੇਬਲ ਹੈ, ਚਾਹੇ ਉਹ ਕਿਸੇ ਵੀ ਫੀਲਡ 'ਚ ਹੈ। ਤੁਸੀਂ ਸਿੰਗਰ ਹੋ, ਤੁਸੀਂ ਪੈਸਾ ਕਮਾ ਰਹੇ ਹੋ, ਤੁਸੀਂ ਇੰਟਰਨੈਸ਼ਨਲ ਪਲੇਅਰ ਹੋ, ਤੁਸੀਂ ਪੈਸਾ ਕਮਾ ਰਹੇ ਹੋ। ਜੇ ਤੁਸੀਂ ਕੈਨੇਡਾ 'ਚ ਜਾ ਕੇ ਰਹੋਗੇ, ਉੱਥੇ ਪੈਸਾ ਕਮਾਓਗੇ, ਬਿਲਕੁਲ, ਤੇ ਟੈਕਸ ਤੁਸੀਂ ਕੈਨੇਡੀਅਨ ਸਰਕਾਰ ਨੂੰ ਦੋਗੇ ਤੇ ਉਹਨਾਂ ਦੀ ਇਕਨੋਮੀ ਨੂੰ ਰਾਈਜ਼ ਕਰਨ 'ਚ ਹੈਲਪ ਕਰੋਗੇ। ਕਿਤੇ ਨਾ ਕਿਤੇ ਸਾਡੇ ਇੰਟਰਨੈਸ਼ਨਲ ਪਲੇਅਰਸ ਨੂੰ ਬੁਲਾ ਕੇ, ਪਾਰਟਿਸਿਪੇਸ਼ਨ ਨੂੰ ਬੁਲਾ ਕੇ ਕੈਨੇਡਾ ਗਵਰਨਮੈਂਟ ਇਹਨਾਂ ਤੋਂ ਪੈਸਾ ਕਮਾਉਣਾ ਚਾਹੁੰਦੀ ਹੈ। ਦੇਖੋ ਉਹ ਤਾਂ ਹੈ ਹੀ ਹੈ ਸਰ। ਦੇਖੋ ਟੈਕਸਿਸ ਤੁਸੀਂ ਦੋਗੇ ਤਾਂ ਹੀ ਗਵਰਨਮੈਂਟ ਕਮਾਏਗੀ ਪੈਸਾ। ਤਾਂ ਅਗਰ ਤੁਸੀਂ ਉੱਥੇ ਸ਼ਿਫਟ ਹੋ ਜਾਂਦੇ ਹੋ ਤਾਂ ਤੁਹਾਨੂੰ ਪੀਆਰ ਗਵਰਨਮੈਂਟ ਵੀ ਸਪੋਰਟ ਕਰਦੀ ਹੈ ਕਿ ਤੁਸੀਂ ਉੱਥੇ ਜਾ ਕੇ ਉਹਨਾਂ ਦੀ ਇਕਨੋਮੀ ਨੂੰ ਸਪੋਰਟ ਕਰਦੇ ਹੋ, ਉਹ ਤੁਹਾਨੂੰ ਪੀਆਰ ਲਈ ਸਪੋਰਟ ਕਰ ਰਹੀ ਹੈ। ਦੇਖੋ ਸਰ, ਹਰੇਕ ਸਟੇਟ ਦੇ ਜਿਹੜੇ ਫੈਡਰਲ ਲਾਜ਼ ਹੈ ਨਾ ਉਹ ਫਲੈਕਸੀਬਲ ਹੈ। ਓਕੇ, ਠੀਕ ਹੈ। ਹੁਣ ਲੈਟ ਸਪੋਜ਼ ਕਿ ਨੋਵਾ ਸਕੋਸ਼ੀਆ ਦੇ ਵਿੱਚ ਠੰਡ ਜ਼ਿਆਦਾ ਪੈਂਦੀ ਹੈ, ਬਿਲਕੁਲ, ਤੇ ਜਨਰਲੀ ਪੀਆਰ ਦੇ ਲਈ ਕੀ ਹੈ, ਤੁਹਾਨੂੰ 1 ਸਾਲ ਦਾ ਐਕਸਪੀਰੀਅੰਸ ਹੋਣਾ ਬੜਾ ਜ਼ਰੂਰੀ ਹੈ, ਚਾਹੇ ਤੁਸੀਂ ਕੈਨੇਡਾ 'ਚ ਪੜ੍ਹੇ ਹੋ ਜਾਂ ਤੁਸੀਂ ਬਾਹਰ ਪੜ੍ਹੇ ਹੋ। ਜੋ ਬੇਸਿਕ ਐਲੀਜੀਬਿਲਿਟੀ ਰਿਕੁਆਇਰਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ, ਰਾਈਟ। ਪਰ ਕਈ ਇੱਦਾਂ ਦੀਆਂ ਸਟੇਟਸ ਹੈ, ਅਲਬਰਟਾ ਹੋ ਗਿਆ, ਨੋਵਾ ਸਕੋਸ਼ੀਆ ਹੋ ਗਿਆ, PEI ਹੋ ਗਿਆ, ਜਿੱਥੇ ਗਵਰਨਮੈਂਟ ਕਹਿ ਰਹੀ ਹੈ ਸਿਰਫ 1900 ਆਵਰਸ, 1900 ਘੰਟੇ, ਜਿਹੜੇ ਕਿ 6.5-7 ਮਹੀਨੇ ਬਣਦੇ, ਕਿ ਜੇ ਤੁਸੀਂ ਇੰਨਾ ਕੰਮ ਉਸ ਪ੍ਰੋਵਿੰਸ ਦੇ ਵਿੱਚ ਕੀਤਾ ਹੋਇਆ, ਇੰਨਾ ਟਾਈਮ ਤੁਸੀਂ ਕੰਮ ਕੀਤਾ ਹੋਇਆ, ਤੇ ਤੁਸੀਂ ਆਪਣੀ ਪੀਆਰ ਨੂੰ ਐਲੀਜੀਬਲ ਹੋ ਤੇ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ। ਇਹ ਉਹਨਾਂ ਨੇ ਆਪਣਾ ਲਾਅ ਫਲੈਕਸੀਬਲ ਕੀਤਾ ਹੋਇਆ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ ਆਪਣੀ ਵੱਲ। ਸੋ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹਾਂਗੇ, ਜਿਵੇਂ ਕਿ ਕੈਨੇਡਾ ਗਵਰਨਮੈਂਟ ਨੇ ਪੀਆਰ ਪ੍ਰੋਗਰਾਮਸ ਲਈ, ਜਿਵੇਂ ਫੈਡਰਲ ਗਵਰਨਮੈਂਟ ਨੇ ਅਲੱਗ ਤੋਂ ਪ੍ਰੋਗਰਾਮ ਬਣਾਇਆ ਹੋਇਆ, ਪ੍ਰੋਵਿਜ਼ਨਲ ਪ੍ਰੋਗਰਾਮਸ ਨੇ। ਸਭ ਤੋਂ ਪਹਿਲਾਂ ਤਾਂ ਪ੍ਰੋਵਿੰਸ ਬਾਰੇ ਦੱਸੋ ਕਿ ਪ੍ਰੋਵਿੰਸ ਕੀ ਚੀਜ਼ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ PNP ਪ੍ਰੋਗਰਾਮਸ ਬਾਰੇ ਜ਼ਿਆਦਾ ਨੌਲੇਜ ਹੈ, ਉਹਨਾਂ ਨੂੰ ਨਹੀਂ ਪਤਾ ਪ੍ਰੋਵਿੰਸ ਦਾ ਮਤਲਬ ਕੀ ਹੈ। ਬਹੁਤ ਸਾਰੇ, ਮੈਂ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਨਹੀਂ ਪਤਾ, ਲੇਕਿਨ ਕੁਝ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਪ੍ਰੋਵਿੰਸ ਬਾਰੇ ਹੀ ਨਹੀਂ ਪਤਾ ਕਿ ਪ੍ਰੋਵਿੰਸ ਕੀ ਚੀਜ਼ ਹੈ। ਦੇਖੋ ਸਰ, ਇਹ ਮੈਂ ਤੁਹਾਡਾ ਜਿਹੜਾ ਕੁਐਸਚਨ ਹੈ ਰਿਲੇਟ ਕਰ ਰਿਹਾ ਸਰਟੀਫਿਕੇਸ਼ਨਸ ਦੇ ਨਾਲ। ਮੈਂ ਤੁਹਾਨੂੰ ਸ਼ੁਰੂ 'ਚ ਦੱਸ ਕੇ ਹਟਾਂ ਕਿ ICF ਜਾਂ PI ਜਾਂ ਨਫਾਸਾ ਦੇ ਅਸੀਂ ਮੈਂਬਰ ਹਾਂ। ਇਹ ਜਿਹੜੀਆਂ ਸਰਟੀਫਿਕੇਸ਼ਨਸ ਹੁੰਦੀਆਂ ਨਾ, ਉਹਨਾਂ 'ਚ ਇਹ ਸਾਰਾ ਕੁਝ ਸਿਖਾਇਆ ਜਾਂਦਾ ਹੈ। ਓਕੇ, ਉਸ ਕੰਟਰੀ ਦੀ ਜੀਓਗ੍ਰਾਫੀ, ਹਿਸਟਰੀ, ਇਕਨੋਮੀ, ਹਰ ਇੱਕ ਚੀਜ਼। ਹੁਣ ਪ੍ਰੋਵਿੰਸ ਦੀ ਆਪਾਂ ਗੱਲ ਕਰੀਏ, ਬੜਾ ਪਿੱਛੇ ਜੇ ਫੇਮਸ ਹੋਇਆ ਸੀ PNP ਪ੍ਰੋਗਰਾਮ। ਜਿਹੜਾ ਐਲੀਜੀਬਲ ਨਹੀਂ ਹੈਗਾ ਐਕਸਪ੍ਰੈਸ ਐਂਟਰੀ 'ਚ, PNP 'ਚ ਫਾਈਲ ਕਰਦੇ। PNP ਹੈਗਾ ਪ੍ਰੋਵਿੰਸ ਨੋਮੀਨੇਸ਼ਨ ਪ੍ਰੋਗਰਾਮ, ਠੀਕ ਹੈ। ਲੈਟ ਸਪੋਜ਼ ਪ੍ਰੋਵਿੰਸ ਦੀ ਗੱਲ ਕਰ ਰਿਹਾ ਮੈਂ, ਤੁਹਾਨੂੰ ਆਪਣਾ ਐਗਜ਼ਾਮਪਲ ਦੇ ਦੇਣਾ ਚੰਡੀਗੜ੍ਹ ਦਾ। ਚੰਡੀਗੜ੍ਹ ਇੱਕ ਪ੍ਰੋਵਿੰਸ ਹੈ, ਇੱਕ ਸਟੇਟ ਹੈ ਛੋਟੀ, UT ਹੈ। ਪੰਜਾਬ ਇੱਕ ਪ੍ਰੋਵਿੰਸ ਹੈ। ਮੀਨਸ ਪ੍ਰੋਵਿੰਸ ਦਾ ਮਤਲਬ ਹੈ ਸਟੇਟ, ਸਿੰਪਲ ਵਰਡਸ ਦੇ ਵਿੱਚ। ਹਾਂਜੀ, ਇੱਕ ਏਰੀਆ, ਪਾਰਟਿਕੂਲਰ ਏਰੀਆ, ਠੀਕ ਹੈ। ਹੁਣ ਚੰਡੀਗੜ੍ਹ ਦੇ ਵਿੱਚ ਟੀਚਰਸ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਉਹ ਹੈਗੀ ਹੈ, ਪੰਜਾਬ 'ਚ ਨਹੀਂ ਹੈਗੀ, ਤਾਂ ਹੀ ਧਰਨੇ ਲੱਗਦੇ ਆ ਪੰਜਾਬ ਦੇ ਵਿੱਚ। ਵੇਅਰਐਜ਼ ਹੁਣ ਜਿੱਥੇ ਚੰਡੀਗੜ੍ਹ ਦੇ ਵਿੱਚ ਟੀਚਰਸ ਦੀ ਰਿਕੁਆਇਰਮੈਂਟ ਹੈਗੀ ਹੈ, ਤੇ ਉਹਨਾਂ ਨੇ ਟੀਚਰਸ ਲਈ ਆਪਣਾ ਜਿਹੜਾ ਲਾਅ ਹੈ ਉਹ ਫਲੈਕਸੀਬਲ ਕਰਤਾ ਥੋੜ੍ਹਾ ਜਿਹਾ। ਓਕੇ, ਠੀਕ ਹੈ, ਤਾਂ ਕਿ ਟੀਚਰਸ ਅਟਰੈਕਟ ਹੋਣ ਉਸ ਪ੍ਰੋਵਿੰਸ ਦੇ ਵਿੱਚ, ਤੇ ਆਪਣੀ ਜਿਹੜਾ ਪ੍ਰੋਫਾਈਲ ਹੈ ਉਸ ਪ੍ਰੋਵਿੰਸ ਦੇ ਵਿੱਚ ਅਪਲਾਈ ਕਰਨ। ਤੇ ਉਹ ਜਿਹੜੀ ਉਸ ਪ੍ਰੋਵਿੰਸ ਦੀ ਗਵਰਨਮੈਂਟ ਹੈ, ਸਟੇਟ ਗਵਰਨਮੈਂਟ ਹੋ ਗਈ, ਉਸ ਪ੍ਰੋਵਿੰਸ ਦੀ ਗਵਰਨਮੈਂਟ ਹੈ, ਉਹ ਤੁਹਾਡੀ ਫਾਈਲ ਨੂੰ ਅਸੈਸ ਕਰਦੀ ਹੈ। ਉਹਨਾਂ ਨੂੰ ਅਕੋਰਡਿੰਗਲੀ ਜੇ ਤੁਹਾਡਾ ਪ੍ਰੋਫਾਈਲ ਠੀਕ ਲੱਗਦਾ ਹੈ, ਤੇ ਉਹ ਤੁਹਾਨੂੰ ਇਨਵੀਟੇਸ਼ਨ ਦੇ ਦਿੰਦੀ ਹੈ, ITA ਦੇ ਦਿੰਦੀ ਹੈ, ਸਪਾਂਸਰਸ਼ਿਪ ਦੇ ਦਿੰਦੀ ਹੈ, ਜਿਹਦਾ ਸਿੱਧਾ ਹੀ 600 ਪੁਆਇੰਟ ਮਿਲਦਾ ਬੱਚੇ ਨੂੰ। ਸਟੇਟ ਵੇ ਉਹਦੇ 600 ਪੁਆਇੰਟ ਉੜ ਗਏ, ਜਿਹੜਾ ਕੱਟ ਆਫ 400 ਸਮਥਿੰਗ ਪੁਆਇੰਟਸ ਚੱਲ ਰਿਹਾ ਹੈ। ਬਿਲਕੁਲ, ਤਾਂ ਉਹਦੀ ਵੈਸੇ ਹੀ ਸ਼ੋਰਟ PR ਹੋਗੀ ਜੀ। ਬਿਲਕੁਲ। ਸੋ ਜਿਹੜੀ ਐਗਜ਼ਾਮਪਲ ਦਿੱਤੀ ਹੈ ਉਹ ਇੱਕ ਐਗਜ਼ਾਮਪਲ ਸੀ, ਇਹ ਨਾ ਹੋਵੇ ਕਿ ਤੁਸੀਂ ਆਪਣੇ ਰਿਜ਼ਿਊਮੇ ਚ ਆਕੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚ ਅਪਲਾਈ ਕਰਨਾ ਸ਼ੁਰੂ ਕਰ ਦਿਓ। ਇਹ ਜਸਟ ਐਨ ਐਗਜ਼ਾਮਪਲ ਕਿ ਜਿਹੜਾ ਪ੍ਰੋਵਿੰਸ ਹੈ ਉਹਨੂੰ ਸਟੇਟ ਨਾਲ ਰਿਲੇਟ ਕਰਕੇ ਦੱਸਿਆ ਗਿਆ ਕਿ ਪ੍ਰੋਵਿੰਸ ਦਾ ਮਤਲਬ ਕੀ ਹੈ। ਸੋ ਜਿਹੜੀ ਇਹ ਪ੍ਰੋਗਰਾਮ ਹੈ ਜਿਹਦੇ ਚ ਇੰਟਰਨੈਸ਼ਨਲ ਪਲੇਅਰ ਜਾਂ ਇੰਟਰਨੈਸ਼ਨਲ ਪਾਰਟਿਸਿਪੇਸ਼ਨ ਵਾਲੇ ਜਿਹੜੇ ਪ੍ਰੋਫੈਸ਼ਨਲਸ ਨੇ PR ਲੈ ਸਕਦੇ ਨੇ, ਕਿਆ ਇਹ ਸਟੇਟ ਗਵਰਨਮੈਂਟ ਅੰਦਰ ਜਾਣਗੇ, ਕਿਆ ਇਹ ਫੈਡਰਲ ਗਵਰਨਮੈਂਟ ਅੰਦਰ ਜਾਣਗੇ, ਜਾਂ ਜਾਂ ਇਹ ਓਵਰਆਲ ਕਿਤੇ ਵੀ ਜਾ ਕੇ ਰਹਿ ਸਕਦੇ ਨੇ? ਇਹ ਸਰ ਓਵਰਆਲ ਕਿਤੇ ਵੀ ਜਾ ਕੇ ਰਹਿ ਸਕਦੇ ਨੇ, ਫੈਡਰਲ ਗਵਰਨਮੈਂਟ ਅੰਦਰ ਜਾਣਗੇ। ਮੈਂ ਇਹਦਾ ਪ੍ਰੋਸੈਸ ਮੈਂ ਮਿਸ ਕਰਕੇ ਤੁਹਾਨੂੰ ਦੱਸ ਰਿਹਾ ਸੀਗਾ। ਇਹਦੇ 'ਚ ਕੀ ਹੁੰਦਾ, ਤੁਹਾਡੀਆਂ ਸਾਰੀਆਂ ਹਾਰਡ ਕਾਪੀਜ਼, ਤੁਹਾਡਾ ਇੱਕ CV ਬਣਦਾ, ਤੁਹਾਡੇ ਅਕੈਡਮਿਕ ਸਰਟੀਫਿਕੇਟਸ ਬਣਦੇ ਆ, ਪਲੱਸ ਤੁਸੀਂ ਜੋ ਅਚੀਵਮੈਂਟਸ ਕੀਤੀਆਂ ਉਹਦੇ ਸਰਟੀਫਿਕੇਟਸ ਜਾਂ ਉਹਦੇ YouTube ਲਿੰਕ ਜਾਂ ਸੋਸ਼ਲ ਮੀਡੀਆ ਦੇ ਲਿੰਕਸ ਉਹ ਲੱਗਣਗੇ, ਪ੍ਰੋਪਰ ਫਾਈਲ ਬਣੇਗੀ, ਤੇ ਉਹ ਨੋਵਾ ਸਕੋਸ਼ੀਆ ਜਿਹੜਾ ਇਹਨਾਂ ਦਾ ਆਫਿਸ ਹੈ ਉੱਥੇ ਸਬਮਿਟ ਹੋਏਗੀ। ਉੱਥੇ ਇਹ ਨਹੀਂ ਕਿ ਤੁਸੀਂ ਪਰਸਨਲ ਜਾ ਕੇ ਸਬਮਿਟ ਕਰਾਉਣਾ ਹੈ, ਓਕੇ, ਰਾਈਟ। ਫੀਸ ਵਗੈਰਾ ਸਾਰੀ ਇੱਥੋਂ ਜਮ੍ਹਾਂ ਕਰਾ ਕੇ ਤੁਸੀਂ ਕੋਰੀਅਰ ਕਰਾਣੇ ਉਹ ਫਾਈਲ ਨੂੰ ਨੋਵਾ ਸਕੋਸ਼ੀਆ। 21 ਮਹੀਨੇ ਦਾ ਟਾਈਮ ਦਿੰਦੀ ਹੈ ਗਵਰਨਮੈਂਟ। ਓਕੇ, ਠੀਕ ਹੈ ਜੀ। ਇਹ ਫਾਈਲ ਨੂੰ ਪ੍ਰੋਸੈਸ ਕਰਨ ਲਈ, ਕੰਪਲੀਟ ਕਰਨ ਲਈ 21 ਮੰਥਸ ਦਾ ਟਾਈਮ ਹੈ ਜੀ, ਮੈਕਸਿਮਮ ਜੀ। ਮਤਲਬ 21 ਮਹੀਨੇ ਦੇ ਵਿੱਚ ਇਸ ਦੌਰਾਨ ਅਗਰ ਕੋਈ ਪਲੇਅਰ ਗੇਮ ਛੱਡ ਦਿੰਦਾ ਹੈ, ਜੀ, ਕਿਆ ਉਹ ਐਲੀਜੀਬਲ ਰਹੇਗਾ? ਨਹੀਂ ਸਰ।
ਮੀਨਸ ਉਹਦੀ ਗੇਮ ਕੰਟੀਨਿਊ ਚਾਹੀਦੀ ਹੈ ਜਦ ਤੱਕ ਉਹਦੀ ਫਾਈਲ ਪ੍ਰੋਸੈਸ ਹੋ ਕੇ ਨਹੀਂ ਆ ਜਾਂਦੀ। ਇਹ ਨਹੀਂ ਹੋ ਕਿ ਮੈਂ ਅੱਜ ਇੰਟਰਨੈਸ਼ਨਲ ਪਾਰਟਿਸਿਪੇਸ਼ਨ ਕਰਕੇ ਆਇਆ, ਮੇਰੇ ਕੋਲ 2 ਸਾਲ ਦਾ ਐਕਸਪੀਰੀਅੰਸ ਵੀ ਹੈ, ਮੈਂ ਪਾਰਟਿਸਿਪੇਸ਼ਨ ਕਰ ਚੁੱਕਾ ਔਰ ਮੈਂ ਅੱਜ ਅਪਲਾਈ ਕਰ ਦਿੰਦਾ, ਪਰ ਮੈਂ 6 ਮਹੀਨੇ ਬਾਅਦ ਹੀ ਕੈਨੇਡਾ ਦੇ ਸੁਪਨੇ ਲੈ ਕੇ ਮੈਂ ਰਿਜ਼ਾਈਨ ਕਰ ਦਿੰਦਾ ਕਿ ਮੈਂ ਨਹੀਂ ਖੇਲਣਾ ਚਾਹੁੰਦਾ, ਮੈਂ ਹੁਣ ਕੈਨੇਡਾ ਲਈ ਜਾ ਕੇ ਖੇਲਾਂਗਾ। ਮਤਲਬ ਉਹ ਜਿਹੜਾ ਪ੍ਰੋਫੈਸ਼ਨਲ ਹੈ ਉਹ ਐਲੀਜੀਬਲ ਨਹੀਂ ਹੋ ਪਾਏਗਾ। ਦੇਖੋ ਕੀ ਹੈ, ਹਰ ਇੱਕ ਮਾਂ ਪਿਓ ਨੂੰ ਨਾ ਕਮਾਊ ਪੁੱਤ ਚੰਗਾ ਲੱਗਦਾ ਹੈ। ਠੀਕ ਹੈ, ਬਿਲਕੁਲ ਬਿਲਕੁਲ। ਸੋ ਕੈਨੇਡਾ ਵੀ ਇਦਾਂ ਹੀ ਹੈ, ਕਮਾਊ ਹੋ, ਪੈਸਾ ਕਮਾ ਰਹੇ ਹੋ, ਉੱਥੇ ਜਾਓਗੇ ਤਾਂ ਹੀ ਟੈਕਸ ਪੇ ਕਰੋਗੇ ਨਾ ਸਰ। ਜਿਹੜਾ ਪ੍ਰੋਗਰਾਮ ਹੈ ਇਹਦੇ ਬਾਰੇ ਪਹਿਲਾਂ ਚਰਚਾ ਕਿਉਂ ਨਹੀਂ ਹੋ ਪਾਈ, ਜਾਂ ਇਨਫੋਰਮੇਸ਼ਨ ਨਹੀਂ ਹੈ, ਜਾਂ ਨੌਲੇਜ ਘੱਟ ਹੈ, ਜਾਂ ਆਪਣੇ ਕੋਲ ਕੈਂਡੀਡੇਟਸ ਨਹੀਂ ਹੈ? ਦੇਖੋ ਸਰ, ਇਹਦੇ 'ਚ ਨਾ 2-3 ਚੀਜ਼ਾਂ ਦਾ ਬੜਾ ਵੱਡਾ ਰੋਲ ਹੈ। ਸਭ ਤੋਂ ਪਹਿਲਾਂ ਲੈਕ ਆਫ ਨੌਲੇਜ, ਜਾਂ ਕੈਂਡੀਡੇਟ ਦੇ ਵਿੱਚ ਭੇਡ ਚਾਲ, ਪੇਸ਼ੈਂਸ ਦਾ ਨਾ ਹੋਣਾ। ਸੋ ਆਈ ਬਿਲੀਵ ਕਿ ਜਿਹੜੀ ਇਹ ਪੇਸ਼ੈਂਸ ਨਹੀਂ ਹੈ ਜੀ, ਇਹ ਪੇਸ਼ੈਂਸ ਨਾ ਹੋਣ ਕਰਕੇ ਹੀ ਕਿਤੇ ਨਾ ਕਿਤੇ ਬੱਚਾ ਜਾਂ ਪ੍ਰੋਫੈਸ਼ਨਲ ਆਪਣਾ ਸਮਾਂ ਖਰਾਬ ਕਰ ਰਿਹਾ, ਆਪਣਾ ਪੈਸਾ ਖਰਾਬ ਕਰ ਰਿਹਾ। ਅਗਰ ਉਹ ਪਹਿਲੇ ਦਿਨ ਹੀ ਓਪਨ ਮਾਈਂਡਡ ਜਾਂਦਾ, ਉਹਨੂੰ ਉਹਦੀ ਪ੍ਰੋਫਾਈਲ ਬਾਰੇ ਪਤਾ ਹੁੰਦਾ, ਜੇ ਅਗਰ ਪ੍ਰੋਫਾਈਲ ਬਾਰੇ ਪਤਾ ਹੁੰਦਾ ਤੇ ਉਸੇ ਅਕੋਰਡਿੰਗਲੀ ਚੱਲਦਾ, ਸਮਾਂ ਵੀ ਬਚਦਾ ਤੇ ਪੈਸਾ ਵੀ ਬਚਦਾ। ਦੇਖੋ ਸਰ, ਅੱਜ ਵੀ ਇੱਦਾਂ ਦੇ ਬਹੁਤ ਸਾਰੇ ਕੈਂਡੀਡੇਟਸ ਆਉਂਦੇ ਆ ਜਿਹੜੇ ਕਹਿੰਦੇ ਆ ਸਰ ਬਸ ਸਾਨੂੰ ਭੇਜ ਦਿਓ, ਵਿਚ ਇਜ਼ ਅ ਵੀਕਨੈਸ। ਓਕੇ, ਫਿਰ ਤੁਸੀਂ ਕੀ ਇਸ ਬੱਚਿਆਂ ਨੂੰ ਐਡਵਾਈਸ ਕਰਨਾ ਚਾਹੋਗੇ ਤਾਂ ਕਿ ਜਿਹੜੀ ਬਾਹਰ ਜਾਣ ਦੀ ਇੰਨੀ ਕਿਉਰਿਓਸਿਟੀ ਹੈ ਜਾਂ ਇੰਨੀ ਪੇਸ਼ੈਂਸ ਹੀ ਨਹੀਂ ਹੈ, ਇਹ ਬੱਚੇ ਕਿਵੇਂ, ਅੱਜ ਤਾਂ ਉਹ ਸਾਲ ਇੱਕ ਵੇਟ ਕਰਨ ਦੀ ਤਿਆਰ ਨਹੀਂ ਹੈ, ਅੱਜ ਤੋਂ 2 ਸਾਲ ਵੇਟ ਕਰਨ ਲਈ ਤਿਆਰ ਨਹੀਂ ਹੈ, ਕਿਆ ਉਹ 2 ਸਾਲ ਪਹਿਲਾਂ ਹੀ ਉਹਦੀ ਤਿਆਰੀ ਸ਼ੁਰੂ ਕਰਨ? ਸਪੋਜ਼ ਕੋਈ ਬੱਚਾ 12ਵੀਂ ਤੋਂ ਬਾਅਦ ਜਾਣਾ ਚਾਹੁੰਦਾ ਹੈ, ਕਿਆ ਉਹਨੂੰ 10ਵੀਂ ਤੋਂ ਹੀ ਆਪਣੇ ਜਿਹੜਾ ਡ੍ਰੀਮ ਪਲਾਨ ਹੈ ਉਹਨੂੰ ਪਲਾਨ ਕਰਨੇ ਚਾਹੀਦੇ ਨੇ? ਬਿਲਕੁਲ ਸਰ। ਦੇਖੋ ਜਿਹੜੀਆਂ ਬਾਹਰਲੀਆਂ ਗਵਰਨਮੈਂਟਸ ਹੈ ਜਾਂ ਉਹਨਾਂ ਦਾ ਕਲਚਰ ਹੈ ਸਾਡੇ ਨਾਲ ਡਿਫਰੈਂਟ ਕਿਉਂ ਹੈ? ਇਹੀ ਹੈ ਕਿਉਂਕਿ ਉਹ ਬੱਚਾ ਸ਼ੁਰੂ ਤੋਂ ਹੀ ਆਪਣੇ ਭਵਿੱਖ ਬਾਰੇ, ਜਾਂ ਉਹਦਾ ਪੇਰੈਂਟਸ ਸ਼ੁਰੂ ਤੋਂ ਹੀ ਆਪਣੇ ਬੱਚੇ ਦੇ ਭਵਿੱਖ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ। ਸੋ ਜਿਹੜਾ ਬੱਚਾ ਕੈਨੇਡਾ ਪੜ੍ਹਨ ਜਾਣਾ ਚਾਹੁੰਦਾ ਹੈ ਜਾਂ ਕਿਸੇ ਵੀ ਕੰਟਰੀ ਜਾਣਾ ਚਾਹੁੰਦਾ ਹੈ ਜਾਂ ਉੱਥੇ ਪ੍ਰੋਫੈਸ਼ਨਲ PR ਤੇ ਜਾਣਾ ਚਾਹੁੰਦਾ ਹੈ, ਸੋ ਉਹਨੂੰ ਵੀ 2 ਸਾਲ ਪਹਿਲਾਂ ਅਗਰ ਉਹ ਮਿਹਨਤ ਕਰੇ ਜੀ, ਤੇ ਜਿਹੜਾ ਉਹਦਾ ਸਮਾਂ ਬਾਅਦ ਚੋਂ ਖਰਾਬ ਹੋ ਰਿਹਾ ਜਾਂ ਉਹ ਓਪਨ ਮਾਈਂਡਡ ਨਹੀਂ ਹੈ, ਸੋ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਬੱਚਾ ਅੱਜ ਤੋਂ 2 ਸਾਲ ਪਹਿਲਾਂ ਬਾਅਦ ਜਾਣ ਵਾਲਾ ਹੈ ਤੇ ਉਹਨੂੰ ਅੱਜ ਆ ਕੇ ਕੰਸਲਟੇਸ਼ਨ ਲੈਣੀ ਚਾਹੀਦੀ ਹੈ? ਉਹਨਾਂ ਨੂੰ ਅੱਜ ਹੀ ਕੰਸਲਟੇਸ਼ਨ ਲੈਣੀ ਚਾਹੀਦੀ ਹੈ ਤੇ ਅੱਜ ਹੀ ਆਪਣਾ ਅਕੋਰਡਿੰਗਲੀ ਪਲਾਨ ਸੈੱਟ ਕਰਨਾ ਚਾਹੀਦਾ ਹੈ। ਦਰਸ਼ਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ, ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਕਨਫਿਊਜ਼ਨ ਹੈ, ਕੋਈ ਵੀ ਪ੍ਰੋਗਰਾਮ ਨੂੰ ਲੈ ਕੇ ਕੈਨੇਡਾ ਦੇ, ਮੇਨ ਤਾਂ ਮੈਂ ਇਹਨਾਂ ਪ੍ਰੋਫੈਸ਼ਨਲਸ ਨੂੰ ਇਨਵਾਈਟ ਕਰਨਾ ਚਾਹੂੰਗਾ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਪਾਰਟਿਸਿਪੇਟ ਕਰ ਚੁੱਕੇ ਨੇ, ਚਾਹੇ ਉਹ ਕੋਈ ਵੀ ਗੇਮ ਹੈ, ਚਾਹੇ ਤੁਸੀਂ ਸਿਰਫ ਸੈਲਫ ਇੰਪਲੋਇਡ ਹੋਣੇ ਚਾਹੀਦੇ, ਤੁਸੀਂ ਆਪਣੇ ਆਪ ਤੇ ਡਿਪੈਂਡੈਂਟ ਹੋਣੇ ਚਾਹੀਦੇ ਹੋ। ਤੁਸੀਂ GSOI ਐਜੂਕੇਸ਼ਨ ਮਿਸਟਰ ਪਰਮਿੰਦਰ ਸਿੰਘ ਨੂੰ ਤੁਸੀਂ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਹੋ, ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਔਰ ਆਪਣੀ ਪ੍ਰੋਫਾਈਲ ਦੀ ਐਲੀਜੀਬਿਲਿਟੀ ਚੈੱਕ ਕਰਵਾ ਸਕਦੇ ਹੋ। ਤੁਸੀਂ ਈਵਨ ਕਿ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਇਹਨਾਂ ਨਾਲ ਆਪਣਾ ਟਾਈਮ ਫਿਕਸ ਕਰ ਸਕਦੇ ਹੋ, ਉਹਨਾਂ ਨੂੰ ਤੁਸੀਂ ਟੀਮ ਨੂੰ ਜਾ ਕੇ ਮਿਲ ਸਕਦੇ ਹੋ। ਸੋ ਪਰਮਿੰਦਰ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਬਿਲਕੁਲ ਸਰ, ਮੈਂ 2-3 ਚੀਜ਼ਾਂ ਕਹਿਣਾ ਚਾਹੂੰਗਾ ਤੁਹਾਡੇ ਦਰਸ਼ਕਾਂ ਨੂੰ। ਸਭ ਤੋਂ ਪਹਿਲਾਂ ਕਿ ਤੁਸੀਂ ਕਦੇ ਵੀ ਸਾਡੇ ਆਫਿਸ ਵਿਜ਼ਿਟ ਕਰਕੇ ਆਪਣਾ ਪ੍ਰੋਫਾਈਲ ਅਸੈਸ ਕਰਾ ਸਕਦੇ ਹੋ, ਚਾਹੇ ਉਹ ਸਟੱਡੀ ਵੀਜ਼ਾ, ਚਾਹੇ ਉਹ PR। ਅਸੀਂ ਅਸੈਸਮੈਂਟ ਦਾ ਕੋਈ ਵੀ ਪੈਸਾ ਨਹੀਂ ਲੈਂਦੇ। ਕਿਆ ਕਦੇ ਵੀ ਆ ਸਕਦੇ ਨੇ ਜਾਂ ਤੁਹਾਨੂੰ ਕਾਲ ਕਰਕੇ ਆਉਣਾ ਚਾਹੀਦਾ? ਆਫਿਸ ਟਾਈਮਿੰਗਸ ਦੇ ਵਿੱਚ ਕਦੇ ਵੀ ਆ ਸਕਦੇ ਆ। ਸਾਡਾ ਆਫਿਸ ਹੈ ਮੰਡੇ ਟੂ ਸੈਟਰਡੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਓਪਨ ਹੈ ਸਰ। ਤੁਸੀਂ, ਤੁਹਾਡਾ ਆਫਿਸ ਕਿੱਥੇ ਹੈ? ਤੁਸੀਂ ਥੋੜਾ ਉਹਦੇ ਬਾਰੇ ਵੀ ਜਾਣੋ। ਸਾਡਾ ਆਫਿਸ ਮੋਹਾਲੀ 2 ਫੇਜ਼ ਦੇ ਵਿੱਚ ਹੈਗਾ, ਸੈਕਟਰ 54 SCF 41, ਫੇਜ਼ 2 ਸੈਕਟਰ 54 ਮੋਹਾਲੀ, ਰਾਈਟ। ਤੇ ਦੂਜਾ, ਮੈਂ ਇੱਕ ਸਾਰੇ ਸਰੋਤਿਆਂ ਨੂੰ ਇੱਕ ਚੀਜ਼ ਜ਼ਰੂਰ ਮੈਂ ਗਾਈਡ ਕਰਨੀ ਚਾਹੂੰਗਾ ਕਿ ਚਾਹੇ ਪੇਰੈਂਟਸ ਨੇ, ਚਾਹੇ ਸਟੂਡੈਂਟ ਆਪ ਹੈ, ਆਪਣਾ ਪ੍ਰੋਫਾਈਲ ਅਸੈਸ ਕਰੋ। ਬੇਸਿਕ ਨੌਲੇਜ ਹਰ ਇੱਕ ਐਮਬੈਸੀ ਦੀ ਵੈਬਸਾਈਟ ਤੇ ਹੈਗੀ ਹੈ, ਬਿਲਕੁਲ ਬਿਲਕੁਲ। ਐਡਮਿਸ਼ਨ ਕਰਾਣੀ ਹੈ, ਕੰਸਲਟੈਂਟ ਕੋਲ ਜਾਓ, ਉਹਨਾਂ ਨਾਲ ਗੱਲ ਕਰੋ, ਆਪਣਾ ਪ੍ਰੋਫਾਈਲ ਚੰਗੀ ਤਰ੍ਹਾਂ ਥੋਰੋਲੀ ਅਸੈਸ ਕਰੋ, ਆਪਣੀਆਂ ਪੋਸੀਬਿਲਿਟੀਜ਼ ਚੈੱਕ ਕਰੋ। ਬਿਲਕੁਲ ਠੀਕ ਹੈ, ਕੰਸਲਟੈਂਟ ਦੀ ਜੈਨੂਇਨਿਟੀ ਚੈੱਕ ਕਰੋ, ਉਹਨਾਂ ਦਾ ਗਵਰਨਮੈਂਟ ਦਾ ਲਾਇਸੈਂਸ ਚੈੱਕ ਕਰੋ, ਉਹਨਾਂ ਦੀ ਸਰਟੀਫਿਕੇਸ਼ਨਸ ਚੈੱਕ ਕਰੋ। ਆਪਣੀ ਪਤੰਗ ਦੀ ਡੋਰ ਕਿਸੇ ਦੇ ਹੱਥ 'ਚ ਨਾ ਦਿਓ। ਈਵਨ ਕਿ ਅਸੀਂ ਆਪਣਾ ਪਤੰਗ ਵੀ ਉਡਾਇਆ ਹੋਵੇ, ਆਪਾਂ ਕਿਸੇ ਨੂੰ ਇੰਨੀ ਜਲਦੀ ਡੋਰ ਫੜਾਉਂਦੇ ਹੀ ਨਹੀਂ। ਸੋ ਆਪਣੀ ਜ਼ਿੰਦਗੀ ਦੀ ਡੋਰ ਇੱਕ ਕੰਸਲਟੈਂਟ ਨੂੰ ਫੜਾ ਰਹੇ ਹਾਂ ਕਿ ਉਹ ਸਾਡੀ ਸਾਰੀ ਜ਼ਿੰਦਗੀ ਸੈੱਟ ਕਰ ਦੇਗਾ। ਸੋ ਅਸੀਂ ਵੀ ਰਿਕੁਐਸਟ ਕਰਨਾ ਚਾਹਾਂਗੇ ਆਪਣੇ ਸ਼ੋਅ ਵੀਜ਼ਾ ਅਪਡੇਟਸ ਦੇ ਥਰੂ ਸਾਰੇ ਸਰੋਤਿਆਂ ਨੂੰ ਕਿ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾ ਰਹੇ ਹੋ, ਤੁਸੀਂ ਕੰਸਲਟੇਸ਼ਨ ਲੈ ਕੇ ਆਉਂਦੇ ਹੋ, ਆਉਣ ਤੋਂ ਬਾਅਦ ਉਹਨੂੰ ਆਨਲਾਈਨ ਵੈਰੀਫਾਈ ਜ਼ਰੂਰ ਕਰੋ। ਹਰ ਕੰਟਰੀ ਦੀ ਵੈਬਸਾਈਟ ਸੈਲਫ ਇੰਨੀ ਕੁ ਡਿਟੇਲਡ ਹੈ ਜੀ, ਔਰ ਤੁਸੀਂ ਕੋਈ ਵੀ ਉੱਥੇ ਜਾ ਕੇ ਆਪਣੀ ਐਲੀਜੀਬਿਲਿਟੀ ਕ੍ਰਾਈਟੇਰੀਆ, ਪ੍ਰੋਸੈਸ, ਚਾਰजेस ਤੁਸੀਂ ਹਰ ਚੀਜ਼ ਵੈਰੀਫਾਈ ਕਰ ਸਕਦੇ ਹੋ। ਸੋ ਤੁਸੀਂ ਇੱਕ ਮੈਸੇਜ ਦੇਣ ਵਾਲੇ ਸੀ ਸਾਡੇ ਸਰੋਤਿਆਂ ਨੂੰ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਐਟ ਲਾਸਟ? ਮੇਰਾ ਮੈਸੇਜ ਇਹ ਸੀਗਾ ਜੀ ਕਿ ਆਪਣਾ ਪ੍ਰੋਫਾਈਲ ਤੁਹਾਡਾ ਆਪਣਾ ਹੈ, ਵੀਜ਼ਾ ਆਂਦਾ ਹੈ ਤੁਹਾਡਾ ਹੈ, ਵੀਜ਼ਾ ਨਹੀਂ ਆਂਦਾ ਤੁਹਾਡਾ ਹੈ। ਬਿਲਕੁਲ। ਸੋ ਆਪਣਾ ਪ੍ਰੋਫਾਈਲ, ਜਿੱਦਾਂ ਤੁਸੀਂ ਗੱਲ ਕਰੀ ਕਿ ਆਪਣੀ ਪਤੰਗ ਦੀ ਡੋਰ ਨਾ ਆਪਣੇ ਹੱਥ 'ਚ ਰੱਖੋ, ਦੂਜੇ ਤੇ ਦੋਗੇ ਤਾਂ ਪਤੰਗ ਕੱਟ ਜਾਏਗੀ ਤੁਹਾਡੀ, ਰਾਈਟ? ਬਿਲਕੁਲ। ਸੋ ਮੇਰਾ ਮੈਸੇਜ ਇਹੀ ਹੈ ਤੁਹਾਡੇ ਲਈ, ਥੋੜੇ ਜਿਹੇ ਆਪ ਜਾਗਰੂਕ ਹੋਵੋ, ਅੱਖ ਬੰਦ ਕਰਕੇ ਕਿਸੇ ਤੇ ਟਰਸਟ ਨਾ ਕਰੋ। ਦੇਖੋ, ਮੈਂ ਨਹੀਂ ਕਹਿ ਰਿਹਾ ਕਿ ਇੰਡਸਟਰੀ ਸਾਰਾ ਹੀ ਹਰ ਇੱਕ ਬੰਦਾ ਗਲਤ ਬੈਠਾ ਹੈ, ਬਹੁਤ ਕੰਸਲਟੈਂਟ ਇੱਦਾਂ ਦੇ ਹੈ ਜਿਹੜੇ ਕਿ ਜੈਨੂਇਨ ਹੈ ਔਰ ਬਹੁਤ ਐਕਸਪੀਰੀਅੰਸ ਨੇ। ਬਿਲਕੁਲ, ਔਰ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਔਰ ਮੇਰੇ ਖਿਆਲ ਨਾਲ ਪਤਾ ਨਹੀਂ ਕਿੰਨੀ ਕੁ ਪੋਪੂਲੇਸ਼ਨ ਉਹ ਭੇਜ ਚੁੱਕੇ ਨੇ। ਬਿਲਕੁਲ ਠੀਕ ਹੈ, ਔਰ ਇਹ ਪੁੰਨ ਦਾ ਕੰਮ ਹੀ ਹੈ। ਹਾਂ ਬਿਲਕੁਲ, ਇਹ ਹੈ ਤਾਂ ਸਮਾਜ ਸੇਵਾ ਹੀ ਹੈ। ਤੁਹਾਡੇ ਡ੍ਰੀਮਸ ਨੂੰ
ਇੱਕ ਹਕੀਕਤ 'ਚ ਕਨਵਰਟ ਕਰਨਾ ਉਹ ਸਾਡਾ ਕੰਮ ਹੈ। ਸੋ ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗਾ, ਕੋਈ ਵੀ ਚਾਹੇ ਸਟੂਡੈਂਟ ਹੈ ਚਾਹੇ ਉਹ ਪ੍ਰੋਫੈਸ਼ਨਲ, ਜਿਵੇਂ ਕਿ ਅਸੀਂ ਪ੍ਰੋਫੈਸ਼ਨਲਸ ਬਾਰੇ ਗੱਲ ਕੀਤੀ ਆ, ਜੋ ਵੀ ਇੱਕ ਪਾਰਟਿਕੂਲਰ ਕੈਟਾਗਰੀ ਬਾਰੇ ਕਿ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਪਾਰਟਿਸਿਪੇਟ ਕਰ ਚੁੱਕੇ ਨੇ। ਸੋ ਫਿਰ ਵੀ ਅਗਰ ਕੋਈ ਸਟੂਡੈਂਟ ਹੈ ਚਾਹੇ ਉਹ ਸਟੱਡੀ ਤੇ ਜਾਣਾ ਚਾਹੁੰਦਾ, ਜਾਂ ਕੋਈ ਪ੍ਰੋਫੈਸ਼ਨਲ ਹੈ ਜਿਹੜਾ ਕਿ ਇੰਟਰਨੈਸ਼ਨਲ ਪਾਰਟਿਸਿਪੇਟ ਨਹੀਂ ਕੀਤਾ ਲੇਕਿਨ ਉਹ ਪ੍ਰੋਫੈਸ਼ਨਲ ਹੈ ਕਿਸੇ ਵੀ, ਚਾਹੇ ਉਹ ਸੀਏ ਹੈ ਚਾਹੇ ਉਹ ਅਕਾਊਂਟੈਂਟ ਹੈ, ਲੇਕਿਨ ਉਹ ਕੈਨੇਡਾ ਜਾਣਾ ਚਾਹੁੰਦਾ PR ਦੇ ਉੱਤੇ, ਤੁਸੀਂ ਵੀ ਆਪਣੀ ਇੱਕ ਵਾਰ ਫਾਈਲ ਅਸੈਸ ਕਰਵਾ ਸਕਦੇ ਹੋ। ਉਹਦੇ ਕੋਈ ਚਾਰजेस ਨਹੀਂ ਹੈ। ਸਪੋਜ਼ ਤੁਸੀਂ ਹਜੇ ਐਲੀਜੀਬਲ ਨਹੀਂ ਹੋ, ਪਰ ਤੁਸੀਂ ਆਪਣਾ ਆਉਣ ਵਾਲਾ 1 ਸਾਲ ਪਲਾਨ ਕਰ ਸਕਦੇ ਹੋ। ਤੁਸੀਂ ਆਉਣ ਵਾਲੇ 1 ਸਾਲ ਦੇ ਵਿੱਚ ਐਲੀਜੀਬਲ ਹੋ ਸਕਦੇ ਹੋ। ਕੋਈ ਰੱਬ ਨਹੀਂ ਹੈ, ਤੁਹਾਨੂੰ ਤੁਹਾਡੀ ਮਿਹਨਤ ਖੁਦ ਹੀ ਕਰਨੀ ਪਏਗੀ। ਤੁਹਾਡਾ ਹੀ ਐਕਸਪੀਰੀਅੰਸ ਕਾਊਂਟ ਹੋਣਾ ਹੈ, ਤੁਹਾਡੇ ਹੀ ਏਜ ਦੇ ਪੁਆਇੰਟਸ ਬਣਨੇ ਨੇ, ਤੁਹਾਡੇ ਹੀ ਆਇਲਸ ਦੇ ਪੁਆਇੰਟਸ ਬਣਨੇ ਨੇ। ਜਿਹੜੀ ਵੀ ਕੈਟਾਗਰੀਜ਼ ਤੁਸੀਂ ਮੀਟ ਕਰਨਾ, ਕੋਈ ਵੀ ਕੰਸਲਟੈਂਟ ਮੀਟ ਨਹੀਂ ਕਰ ਸਕਦਾ, ਪਰ ਉਹ ਤੁਹਾਨੂੰ ਗਾਈਡ ਜ਼ਰੂਰ ਕਰ ਸਕਦਾ ਕਿ ਤੁਸੀਂ ਕਿਹੜੇ ਪੈਰਾਮੀਟਰਸ ਤੇ ਕਿਵੇਂ ਚੱਲਣਾ ਤਾਂ ਕਿ ਤੁਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਮੀਟ ਕਰ ਸਕੋ। ਸੋ ਆਈ ਹੋਪ ਕਿ ਜਿਹੜੇ ਵੀ ਸਵਾਲ ਸੀ ਤੁਹਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਨੇ। ਸੋ ਮੈਂ ਮਨਪ੍ਰੀਤ ਤਲਵਾੜ ਔਰ ਪਰਮਿੰਦਰ ਸਿੰਘ ਜੀ, GSO ਐਜੂਕੇਸ਼ਨ ਵੀਜ਼ਾ ਅਪਡੇਟਸ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ।